ਵਿੱਚੋਂ ਅਸੀਂ ਆਪ ਜੀ ਵਾਸਤੇ ਅੱਜ ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ ਪੰਥ ਦੀਆਂ ਦੋ ਮਹਾਨ ਸ਼ਖਸੀਅਤਾਂ ਨੂੰ ਲੈ ਕੇ ਆਪ ਜੀ ਦੇ ਰੂਬਰੂ ਆ ਰਹੇ ਹਾਂ। ਅਸੀਂ ਬਹੁਤ ਹੀ ਡੂੰਘਾਈ ਤੱਕ ਕੁਛ ਵਿਸ਼ਿਆਂ ਦੇ ਉੱਤੇ ਵਿਚਾਰ ਕਰਾਂਗੇ ਜੋ ਆਪ ਜੀ ਵਾਸਤੇ, ਆਪ ਜੀ ਦੇ ਪਰਿਵਾਰ ਵਾਸਤੇ, ਆਪ ਜੀ ਦੇ ਸੱਜਣਾ ਮਿੱਤਰਾਂ ਵਾਸਤੇ ਬਹੁਤ ਜ਼ਿਆਦਾ ਲਾਭਦਾਇਕ ਹੋ ਸਕਦੇ ਹਨ, ਕਿਉਂਕਿ ਪੰਥ ਵਿੱਚ, ਕੌਮ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਉਲਝਣਾਂ ਅਤੇ ਮੁਸ਼ਕਲਾਂ ਹਨ ਜਿਨ੍ਹਾਂ ਦਾ ਹੱਲ ਸਾਡੇ ਕੋਲ ਬਹੁਤ ਔਖਾ ਹੈ ਲੱਭਣਾ। ਪਰ ਇਹ ਸਾਡੇ ਕੋਲ ਕੌਮ ਦੇ ਜੋ ਵਿਦਵਾਨ ਆਏ ਹਨ, ਇਹ ਆਪ ਜੀ ਨੂੰ ਆਪਣੀ ਜ਼ਿੰਦਗੀ ਦੀ ਜਿੰਨੀ ਵੀ ਕਮਾਈ ਹੈ ਉਹਦੇ ਵਿੱਚ ਜੋ ਕੁਛ ਵੀ ਇਹਨਾਂ ਨੇ ਖੱਟਿਆ ਕਮਾਇਆ ਉਹ ਆਪ ਜੀ ਦੇ ਨਾਲ ਇਹ ਸਾਂਝਾ ਕਰਨਗੇ, ਕੌਮ ਦੇ ਹਿੱਤਾਂ ਲਈ, ਪੰਥ ਦੇ ਹਿੱਤਾਂ ਲਈ, ਇਨਸਾਨੀਅਤ ਦੇ ਹਿੱਤਾਂ ਲਈ, ਕਿਉਂਕਿ ਇਹਨਾਂ ਨੇ ਬਹੁਤ ਹੀ ਕਮਾਈ ਕੀਤੀ ਹੈ, ਬਹੁਤ ਕਿਤਾਬਾਂ, ਬਹੁਤ ਇਤਿਹਾਸ ਪੜ੍ਹਿਆ ਹੈ ਵੱਖਰੇ ਵੱਖਰੇ ਤਰੀਕੇ ਦੇ ਨਾਲ। ਅਤੇ ਅੱਜ ਅਸੀਂ ਤੂੰ ਹੀ ਤੂੰ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਦੋਨਾਂ ਵੀਰਾਂ ਦੇ ਨਾਲ ਮੁਲਾਕਾਤ ਕਰਾਵਾਂਗੇ। ਸਭ ਤੋਂ ਪਹਿਲਾਂ ਅਸੀਂ ਆਪ ਜੀ ਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਡੇ ਖੱਬੇ ਪਾਸੇ ਡਾਕਟਰ ਉਦੋ ਜੀ ਬੈਠੇ ਹਨ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜੀ, ਜੋ ਆਪ ਜੀ ਨੇ ਕੱਲ੍ਹ ਗੁਰਦੁਆਰਾ ਸਿੰਘ ਸਭਾ ਬੇਨੀ ਦੇ ਵਿੱਚ ਪ੍ਰੋਗਰਾਮ ਦਿੱਤਾ ਸੀਗਾ ਇੱਕ ਕਲਾਸ ਦਾ, ਅਤੇ ਉਹਦੇ ਵਿੱਚ ਤੁਸੀਂ ਗੁਰਮਤ ਨੇ ਜੋ ਕੁਛ ਵੀ ਲਿਖਿਆ ਅੱਜ ਤੋਂ 4-500 ਸਾਲ ਪਹਿਲੋਂ ਗੁਰੂ ਸਾਹਿਬ ਜੋ ਲਿਖ ਗਏ ਆ, ਉਹਨੂੰ ਤੁਸੀਂ ਦੱਸਿਆ ਕਿ ਅੱਜ ਦੀ ਸਾਇੰਸ ਕਿਹੜੇ ਤਰੀਕੇ ਨਾਲ ਖੋਜ ਉਹਦੀ ਕਰ ਰਹੀ ਆ ਅਤੇ ਕਿੱਥੇ ਤੱਕ ਪਹੁੰਚੀ ਆ, ਕਿਉਂਕਿ ਸਾਡੇ ਹਿਸਾਬ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਇੰਨੀਆਂ ਜੋ ਵੀ ਦਾਤਾਂ ਹਨ ਉਹਨਾਂ ਤੋਂ ਬਾਹਰ ਹੋਰ ਕੁਛ ਵੀ ਨਹੀਂ ਗਾ, ਅਤੇ ਉਹਦੀ ਖੋਜ ਹੀ ਨਹੀਂ ਹੋ ਰਹੀ ਜਾਂ ਨਿਬੜੀ। ਪਰ ਜਿਹੜੀ ਸਾਇੰਸ ਨੇ ਕੁਛ ਮੱਲਾਂ ਮਾਰੀਆਂ, ਖੋਜ ਕੀਤੀ ਆ ਗੁਰਮਤ ਦੇ ਬਾਰੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਵੀ ਸਾਇੰਸ ਕਿੱਥੇ ਤੱਕ ਪਹੁੰਚੀ ਹੈ ਗੁਰਮਤ ਦੀ ਖੋਜ ਕਰਦੇ? ਭਾਈ ਸਾਹਿਬ, ਦਰਅਸਲ ਉਸ ਕਲਾਸ ਦਾ ਜਿਹੜਾ ਮੁੱਖ ਵਿਸ਼ਾ ਸੀ, ਜਿਹਦੇ ਉੱਪਰ ਖਾਸ ਕਰਕੇ ਮੇਰਾ ਮਕਸਦ ਸੀਗਾ ਕਿ ਜਿਹੜੇ ਵੀ ਕਲਾਸ 'ਚ ਬੈਠੇ, ਚਾਹੇ ਉਹ ਵਿਦਿਆਰਥੀ ਵੀਰ ਨੇ ਜਾਂ ਸੰਗਤ ਦੇ ਵਿੱਚੋਂ ਨੇ, ਕਮ ਸੇ ਕਮ ਸਾਡਾ ਧਿਆਨ ਇਸ ਇੱਕ ਖਾਸ ਚੀਜ਼ ਦੇ ਉੱਪਰ ਕੇਂਦਰਿਤ ਹੋ ਜਾਵੇ ਕਿ ਜਿਹੜੀ ਦਸਮ ਪਾਤਸ਼ਾਹ ਨੇ ਇੱਕ ਗੱਲ ਕਹੀ ਹੈ ਕਿ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਇ ਤੇਤੀ, ਕਿ ਉਸ ਪਰਮਾਤਮਾ ਦੇ ਦੁਆਰਾ ਪੈਦਾ ਕੀਤੇ ਗਏ ਉਸ ਬ੍ਰਹਿਮੰਡ ਨੂੰ, ਉਸ ਦੀ ਰਚਨਾ ਨੂੰ ਜਾਂ ਉਸ ਦੇ ਪਸਾਰੇ ਨੂੰ ਪਰਮਾਤਮਾ ਹੀ ਜਾਣਦਾ ਹੈ। ਪਰ ਸਮੇਂ-ਸਮੇਂ ਦੇ ਅਨੁਸਾਰ ਜਿਉਂ-ਜਿਉਂ ਮਨੁੱਖ ਦੀ ਮਾਨਸਿਕ ਚੇਤਨਤਾ 'ਚ ਵਾਧਾ ਹੁੰਦਾ ਤਾਂ ਵਰਨਤ ਭਿੰਨ ਭਿੰਨ ਤੋਇ ਤੇਤੀ, ਉਹ ਆਪਣੀ ਬੁੱਧੀ ਦੇ ਅਨੁਸਾਰ ਉਸ ਦਾ ਵਰਣਨ ਕਰਨ ਦਾ ਜ਼ਿਕਰ ਕਰਦਾ ਹੈ। ਉਹਦੀ ਜਿਹੜੀ ਉਹ ਵਰਣਨ ਕਰਨ ਦੀ ਕੋਸ਼ਿਸ਼ ਹੈ, ਜਦੋਂ ਸਮੂਹਿਕ ਰੂਪ 'ਚ ਹੁੰਦੀ ਹੈ ਜਾਂ ਫਿਰ ਉਸ ਦੀ ਕੋਸ਼ਿਸ਼ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹੁਤਾਤ ਧੜਿਆਂ ਵੱਲੋਂ ਜਾਂ ਵਿਗਿਆਨਕਾਂ ਵੱਲੋਂ ਅਪਣਾ ਲਿਆ ਜਾਂਦਾ, ਤਾਂ ਅਸੀਂ ਕਹਿੰਦੇ ਹਾਂ ਕਿ ਜਗਤ ਰਚਨਾ ਦੇ ਬਾਰੇ, ਪਸਾਰੇ ਦੇ ਬਾਰੇ, ਜਾਂ ਜੋਤ ਦੇ ਬਾਰੇ, ਜਾਂ ਜੋਤ ਅੰਦਰ ਧਰਿਆ ਪਸਾਰ ਦੇ ਬਾਰੇ ਇਹ ਜਿਹੜੀ ਵਿਗਿਆਨਕ ਖੋਜ ਹੈ। ਸੋ ਹੁੰਦੀ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਸ ਨੂੰ ਅਸੀਂ ਮਜਮੂਈ ਜਾਂ ਇਨਫਰਾਦੀ, ਸਮੂਹਿਕ ਤੌਰ ਤੇ ਜਾਂ ਵਿਅਕਤੀਗਤ ਤੌਰ ਤੇ ਕਿਸੇ ਨਾ ਕਿਸੇ ਮਨੁੱਖ ਦੇ ਵਿਚਾਰ, ਖੋਜ, ਤਪ, ਸਾਧਨਾ, ਮਿਹਨਤ ਹੁੰਦੀ ਹੈ। ਪਾਤਸ਼ਾਹ ਨੇ ਬਿਲਕੁਲ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜਿਹੜਾ ਪਰਮਾਤਮਾ, ਉਸਦੇ ਪਸਾਰੇ ਦੀ ਸੰਪੂਰਨ ਜਿਹੜੀ ਕਿਰਿਆ ਹੈ, ਉਹਦੇ ਬਾਰੇ ਖੋਜ ਕਰਨੀ ਮਨੁੱਖ ਦੇ ਕਹਿ ਸਕਦੇ ਆ ਕਿ ਵੱਸ ਦੀ ਗੱਲ ਨਹੀਂ। ਪਰ ਉਹਦੀ ਦਿੱਤੀ ਹੋਈ ਬੁੱਧੀ ਦੇ ਅਨੁਸਾਰ ਜਿੰਨੀ ਕੁ ਅੱਜ ਤੱਕ ਖੋਜ ਕੀਤੀ ਗਈ ਹੈ, ਉਹਦੇ ਤੋਂ ਇੰਝ ਲੱਗਦਾ ਹੈ, ਕਿਉਂਕਿ ਮੈਂ ਕੱਲ ਸ਼ਾਇਦ ਉਸ ਪ੍ਰੋਗਰਾਮ ਦੇ ਵਿੱਚ ਇਸ ਸ਼ਬਦ ਤੋਂ ਗੱਲ ਸ਼ੁਰੂ ਕੀਤੀ ਸੀ ਕਿ ਕਈ ਵਾਰੀ ਮਨੁੱਖ ਇਹ ਸੋਚਦੇ ਨੇ, ਜਦੋਂ ਅਸੀਂ ਗੁਰਬਾਣੀ ਜਾਂ ਗੁਰਮਤਿ ਵਿਚਾਰਧਾਰਾ ਦਾ ਚਿੰਤਨ ਕਰਦੇ ਹਾਂ ਤੇ ਅੱਜ ਦੀਆਂ ਜਦੋਂ ਵਿਗਿਆਨ ਦੀਆਂ ਖੋਜਾਂ ਦੇ ਨਾਲ ਮੇਲ ਕੇ ਉਸਨੂੰ ਵੇਖਦੇ ਹਾਂ, ਤਾਂ ਮਨੁੱਖ ਦੇ ਮਨ ਦੇ ਅੰਦਰ ਸ਼ਾਇਦ ਇਹ ਸਵਾਲ ਜਾਂ ਇਹ ਗੱਲ ਜਾਂ ਇਹ ਧਾਰਨਾ ਪ੍ਰਪੱਕ ਹੋ ਜਾਂਦੀ ਹੈ ਕਿ ਜਿਹੜੀ ਗੁਰਬਾਣੀ ਉਹ ਵਿਗਿਆਨ ਦੇ ਅਨੁਸਾਰ ਹੈ। ਪਰ ਮੇਰਾ ਨਜ਼ਰੀਆ ਸੀਗਾ ਕਿ ਗੁਰਬਾਣੀ ਜਿਹੜੀ ਹੈ, ਉਹਦੀ ਅਗਾਧ ਬੋਧਤਾ ਜਿਹੜੀ ਹੈ, ਉਸ ਨੂੰ ਕਿਸੇ ਵੀ ਮਨੁੱਖ ਦੁਆਰਾ ਬਣਾਈ ਗਈ ਵਿਗਿਆਨ ਦੇ ਦਾਇਰੇ 'ਚ ਕੈਦ ਨਹੀਂ ਕੀਤਾ ਜਾ ਸਕਦਾ, ਹੋ ਹੀ ਨਹੀਂ ਸਕਦਾ। ਮੈਂ ਇੱਥੇ ਤੱਕ ਇਹ ਵੀ ਹੈ ਕਿ ਜਿਹੜਾ ਵਿਗਿਆਨ ਨੇ ਜਿਹੜੇ ਤਰੀਕੇ ਨਾਲ ਖੋਜ ਕਰਨੀ ਹੈ, ਜਿਹੜੀ ਉਹਦੀ ਸੋਝੀ ਆ, ਉਹ ਵੀ ਅਕਾਲ ਪੁਰਖ ਬਾਰੇ ਕੋਈ ਨਵੀਂ ਚੀਜ਼ ਪੈਦਾ ਨਹੀਂ ਕੀਤੀ, ਕੁਛ ਨਹੀਂ। ਤਾਂ ਉਸ ਕਰਕੇ ਉਹਦੇ ਵਿਸ਼ੇ ਦੇ ਵਿੱਚ ਸੀਗਾ ਕਿ ਜਿਹੜੀਆਂ ਖੋਜਾਂ ਵਿਗਿਆਨਕਾਂ ਵੱਲੋਂ ਅੱਜ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ 'ਚ ਉਹਨਾਂ ਖੋਜਾਂ ਦਾ ਆਧਾਰ ਸਿੱਕੇਬੰਦ ਹੈ, ਤਾਂ ਉਹ ਗੁਰਬਾਣੀ ਦੇ ਕਹਿ ਸਕਦੇ ਕਿ ਬੜੇ ਛੋਟੇ ਜਿਹੇ ਅੰਸ਼ ਦੇ ਅਨੁਸਾਰ ਹੈ। ਗੁਰਮਤ ਦੀ ਸਮੁੱਚੀ ਗੁਰਮਤ ਦੀ ਅਗਾਧ ਬੋਧਤਾ ਜਿਹੜੀ ਆ, ਉਹਨੂੰ ਤਾਂ ਮਨੁੱਖ ਦੀ ਮਾਨਸਿਕਤਾ ਵੱਲੋਂ ਆਪਣੀ ਮਾਨਸਿਕਤਾ ਦੇ ਦਾਇਰੇ 'ਚ ਸਮਾਉਣਾ ਬਹੁਤ ਔਖਾ ਹੈ। ਪਰ ਜਿੰਨੇ ਕੁ ਤੱਥ ਉੱਭਰ ਕੇ ਸਾਹਮਣੇ ਆਉਂਦੇ ਨੇ, ਉਹ ਇਸ ਗੱਲ ਦੇ ਉੱਪਰ ਜ਼ਰੂਰ ਇੱਕ ਸਦੀਵੀ, ਸੱਚੀ ਤੇ ਪ੍ਰਮਾਣਿਤ ਮੋਹਰ ਲਾ ਦਿੰਦੇ ਨੇ ਕਿ ਗੁਰਬਾਣੀ ਦੇ ਵਿੱਚ ਇੰਨਾ ਜ਼ਿਆਦਾ ਗਿਆਨ ਹੈ ਕਿ ਜਿਹੜਾ ਵੀ ਮਨੁੱਖ
ਗਿਆਨ ਵਾਲੇ ਪਾਸੇ ਕਿਸੇ ਵੀ ਖੇਤਰ 'ਚ ਕਦਮ ਰੱਖਦਾ ਹੈ, ਉਹ ਜਿਹੜਾ ਹੈ ਗੁਰਬਾਣੀ ਜਿਹੜੀ ਹੈ ਉਹਦੇ ਵਿੱਚ ਉਸ ਦਾ ਬਹੁਤ ਵੱਡਾ ਖਜ਼ਾਨਾ ਪਿਆ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਵੀ ਜਿਹੜੀ ਗੁਰਬਾਣੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਖਜ਼ਾਨਾ ਪਿਆ, ਜਿਹਦੀ ਜਿਹੜੇ ਖੋਜੀ ਜਾਂਦੇ ਆ ਭਾਵੇਂ ਕਿੰਨੀ ਵੀ ਖੋਜ ਕਰ ਲੈਣ ਉੱਥੇ ਤੱਕ ਨਹੀਂ ਪਹੁੰਚ ਸਕਦੇ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਬਿਲਕੁਲ ਜੀ। ਬਾਣੀ ਸਤਿਗੁਰੂ ਜੀ ਦੀ ਅਗਾਧ ਬੋਧ ਹੈ, ਰੱਬੀ ਬਾਣੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਬਾਣੀ ਦੇ ਬਰਾਬਰੀ ਕੋਈ ਨਹੀਂ ਕਰ ਸਕਦਾ। ਔਰ ਅੱਜ ਸਾਇੰਸ ਜੋ ਹੈ, ਕਿਉਂਕਿ ਮੈਂ ਸਾਇੰਸ ਦਾ ਸਟੂਡੈਂਟ ਤਾਂ ਨਹੀਂ ਹਾਂ, ਪਰ ਜੋ ਗੁਰਮਤਿ ਅਨੁਸਾਰ ਥੋੜ੍ਹੀ ਬਹੁਤੀ ਸੋਝੀ ਮੈਨੂੰ ਪ੍ਰਾਪਤ ਹੋਈ ਹੈ, ਉਹਦੇ ਅਨੁਸਾਰ ਮੈਂ ਜਦੋਂ ਦੇਖਦਾ ਹਾਂ ਕਿ ਅੱਜ ਸਾਇੰਸ ਸਾਨੂੰ ਇਹ ਦੱਸ ਰਹੀ ਹੈ ਕਿ ਪਹਿਲਾ ਪਾਣੀ ਆਪ ਇੱਕ ਜੀਵ ਆਤਮਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਿੰਨੇ ਸੌ ਸਾਲ ਪਹਿਲਾਂ ਇਹ ਗੱਲ ਕਹਿ ਗਏ ਹਨ, ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ। ਪਾਣੀ ਆਪ ਇੱਕ ਜੀਵ ਆਤਮਾ ਹੈ ਜਿਸ ਦੇ ਕਾਰਨ ਇਹ ਸਭ ਸੰਸਾਰ ਹਰਿਆ ਭਰਿਆ ਹੈ। ਜਦੋਂ ਪਾਣੀ ਦੇ ਵਿੱਚੋਂ ਜੀਵ ਮਰ ਜਾਂਦੇ ਹਨ, ਉਹਦੇ ਚੋਂ ਬਦਬੂ ਆਉਣ ਲੱਗ ਪੈਂਦੀ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਪਵਿੱਤਰ ਵਿਚਾਰਧਾਰਾ, ਪਵਿੱਤਰ ਸੋਚ ਜਿਹੜੀ ਹੈ, ਸਾਇੰਸ ਇਹਦੇ ਮੁਤਾਬਕ ਚੱਲਦੀ ਹੈ, ਨਾ ਕਿ ਬਾਣੀ ਸਾਇੰਸ ਦੇ ਮੁਤਾਬਕ ਚੱਲਦੀ ਹੈ। ਸਾਇੰਸ ਇਸ ਦੇ ਪਾਸੋਂ ਕੁਝ ਲੈ ਕੇ ਅੱਜ ਖੋਜ ਕਰ ਰਹੀ ਹੈ, ਤੇ ਉਹ ਖੋਜ ਜਿਹੜੀ ਹੈ ਉਹ ਮਨੁੱਖਤਾ ਦੇ ਵਾਸਤੇ ਬੜੀ ਲਾਭਦਾਇਕ ਜਿਹੜੀ ਸਿੱਧ ਹੋ ਰਹੀ ਹੈ। ਹੁਣ ਲੱਖ ਆਕਾਸ਼ਾਂ ਆਕਾਸ਼, ਲੱਖ ਪਤਾਲਾਂ ਪਤਾਲ ਦੀ ਜਿਹੜੀ ਗੱਲ ਆਪਾਂ ਕਰਦੇ ਸੁਣਦੇ ਬਹੁਤ ਵਾਰੀ ਰੇਡੀਓ ਤੇ ਵੀ ਸੁਣੀ ਹੈ, ਹੋਰ ਵਿਚਾਰਵਾਨਾਂ ਪਾਸੋਂ ਵੀ ਆਪਾਂ ਸੁਣਦੇ ਹਾਂ। ਅੱਜ ਸਾਇੰਸ ਨੇ, ਜਿੱਦਾਂ ਡਾਕਟਰ ਸਾਹਿਬ ਜੀ ਨੇ ਵੀ ਕੱਲ ਦੱਸਿਆ ਸੀਗਾ, ਇਹਦਾ ਕੋਈ ਅੰਤ ਹੀ ਨਹੀਂ ਪਾ ਸਕਦਾ। ਸਹਿਸ 18 ਕਹਿਣ ਕਿਰਦੇਬਾਂ ਅਸਲੂ ਇੱਕ ਧਾਤਾ ਲਿਖਿਆ ਗਿਆ ਹੈ, ਪਰ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਵਿਚਾਰਧਾਰਾ ਜੋ ਦਿੱਤੀ ਹੈ, ਉਹ ਕਹਿੰਦੇ ਇਹਦਾ ਤਾਂ ਕੋਈ ਅੰਤ ਹੀ ਨਹੀਂ ਪੈ ਸਕਦਾ। ਇਸ ਕਰਕੇ ਇਹ ਜੋ ਸਾਇੰਸ ਹੈ, ਇਹ ਮੈਂ ਤਾਂ ਇਹ ਸਮਝਦਾ ਹਾਂ ਕਿ ਪਵਿੱਤਰ ਬਾਣੀ ਦੇ ਰਾਹੀਂ ਇਹ ਜਿਹੜੀ ਖੋਜ ਦੇ ਵੱਲ ਅੱਗੇ ਵਧ ਰਹੀ ਹੈ। ਪਰ ਜਿਹੜੀ ਸਾਇੰਸ ਨੇ ਜਿਹੜੀ ਖੋਜ ਕੀਤੀ ਆ ਹੁਣ, ਭਈ ਇਹ ਅੱਗ ਦਾ ਗੋਲਾ ਸੀ, ਫਿਰ ਉਹ ਟੁੱਟਿਆ, ਫਿਰ ਇੱਦਾਂ ਹੋਈ, ਫਿਰ ਇੱਦਾਂ ਹੋਈ, ਪਰ ਗੁਰਬਾਣੀ ਦੇ ਵਿੱਚ ਇਹਦੇ ਬਾਰੇ ਕੀ ਦੱਸਿਆ ਗਿਆ? ਗੁਰਬਾਣੀ ਤੇ ਇਹ ਸਾਨੂੰ ਦੱਸਦੀ ਹੈ, ਕੀਤਾ ਇੱਕੋ ਕਹਾਓ ਤਿਸਤੇ ਹੋਏ ਲੱਖ ਦਰਿਆ। ਉਸ ਵਾਹਿਗੁਰੂ ਪਰਮੇਸ਼ਰ ਦੇ ਇੱਕ ਹੁਕਮ ਦੇ ਰਾਹੀਂ ਸਾਰੀ ਸ੍ਰਿਸ਼ਟੀ ਜਿਹੜੀ ਹੋਂਦ ਵਿੱਚ ਆਈ ਹੈ, ਤੇ ਲੱਖਾਂ ਹੀ ਜ਼ਿੰਦਗੀਆਂ ਰੂਪੀ ਦਰਿਆ ਇਸ ਸੰਸਾਰ ਦੇ ਵਿੱਚ ਪਰਮੇਸ਼ਰ ਦੇ ਇਸ ਇੱਕ ਹੁਕਮ ਦੇ ਨਾਲ ਹੀ ਪੈਦਾ ਹੋਏ ਆ। ਇਹ ਗੁਰਬਾਣੀ ਜਿਹੜੀ ਹੈ, ਪਰ ਬਸਾਓ ਇੱਕੋ ਕਹਾਓ ਤਿਸਤੇ ਹੋਏ ਲੱਖ ਦਰਿਆ। ਭਾਈ ਸਾਹਿਬ ਜੀ, ਸਾਇੰਸ ਨੇ ਇਹਨੂੰ ਕਿਹੜੇ ਤਰੀਕੇ ਨਾਲ ਸਿੱਧ ਕੀਤਾ ਹੈ? ਸਾਇੰਸ ਨੇ ਜਗਤ ਰਚਨਾ ਜਿਸ ਨੂੰ ਅਸੀਂ ਕਹਿੰਦੇ ਆ, ਕਿਉਂਕਿ ਜਦੋਂ ਅਸੀਂ ਵੱਖ-ਵੱਖ ਧਰਮਾਂ ਦੇ ਵਿੱਚ ਜਗਤ ਰਚਨਾ ਦੇ ਸਿਧਾਂਤ ਨੂੰ ਪੜ੍ਹਦੇ ਆ, ਤਾਂ ਅੱਜ ਜੋ ਵਿਗਿਆਨ ਕਹਿ ਰਹੀ ਹੈ, ਗੁਰਮਤ ਦੇ ਵਿੱਚ ਜਿੰਨਾ ਪ੍ਰਮਾਣਿਕਤਾ ਦੇ ਨਾਲ ਉਸ ਮਾਡਲ ਨੂੰ ਪੇਸ਼ ਕੀਤਾ ਗਿਆ ਹੈ, ਦੁਨੀਆ ਦੇ ਕਿਸੇ ਧਰਮ ਦੇ ਵਿੱਚ ਨਹੀਂ ਹੈਗਾ। ਜਦੋਂ ਅਸੀਂ ਬਾਈਬਲ ਦੇ ਓਲਡ ਟੈਸਟਾਮੈਂਟ ਦੇ ਵਿੱਚ ਸਟੋਰੀ ਆਫ ਕ੍ਰੀਏਸ਼ਨ ਦੀ ਗੱਲ ਕਰਦੇ ਹਾਂ, ਜਿਸ ਨੂੰ ਜੈਨਸਿਸ ਕਿਹਾ ਜਾਂਦਾ, ਅੱਛਾ ਜੀ, ਤਾਂ ਉਹਦੇ ਵਿੱਚ ਇਹੀ ਹੈ ਕਿ ਸਪਿਰਿਟ, ਪਰਮਾਤਮਾ ਜਿਹੜਾ ਨਿਰਾਕਾਰ ਰੂਪ ਦੇ ਵਿੱਚ ਜਗਤ 'ਚ ਘੁੰਮ ਰਿਹਾ, ਉਸਨੇ ਕਿਹਾ ਪਾਣੀ ਬਣ ਜਾਵੇ, ਪਾਣੀ ਬਣ ਗਿਆ, ਹਵਾ ਬਣ ਜਾਵੇ, ਹਵਾ ਬਣ ਗਈ, ਪੰਛੀ ਬਣ ਜਾਣ, ਪੰਛੀ ਬਣ ਗਏ, ਮਨੁੱਖ ਦੀ ਹੋਂਦ ਆ ਗਈ। ਕਿ 6 ਤੋਂ ਲੈ ਕੇ 7 ਦਿਨਾਂ ਦੇ ਵਿੱਚ ਪਰਮਾਤਮਾ ਨੇ ਜਗਤ ਰਚਨਾ ਦਾ ਜਿਹੜਾ ਸਾਈਕਲ ਸੀ ਉਸਨੂੰ ਕੰਪਲੀਟ ਕਰ ਦਿੱਤਾ। ਇਹ ਬਾਈਬਲ ਦੇ ਵਿੱਚ ਲਿਖਿਆ, ਬਾਈਬਲ ਦਾ ਜਿਹੜਾ ਓਲਡ ਟੈਸਟਾਮੈਂਟ ਦਾ ਪਹਿਲਾ ਚੈਪਟਰ ਹੈ ਜੈਨੇਸਿਸ, ਸਟੋਰੀ ਆਫ ਕ੍ਰੀਏਸ਼ਨ। ਹਾਂ, ਤੇ ਇਹ ਦੁਨੀਆ ਜਿਹੜੀ ਆ ਸਾਰੀ ਦੀ ਸਾਰੀ ਗਲੋਬਲ, ਉਹ ਕਿਹੜੇ ਤਰੀਕੇ ਨਾਲ 7 ਦਿਨਾਂ ਚ ਬਣੀ। ਇੱਕ ਦਿਨ ਉਸਨੇ ਹਵਾ ਬਣਾਈ, ਦੂਜੇ ਦਿਨ ਤੇ ਰਾਤ ਬਣਾ ਦਿੱਤਾ, ਫਿਰ ਪਾਣੀ ਬਣਾ ਦਿੱਤਾ, ਪਾਣੀ ਨੂੰ ਜ਼ਮੀਨ ਤੋਂ ਵੱਖਰਾ ਕਰ ਦਿੱਤਾ, ਪਹਾੜ ਵੱਖਰੇ ਕਰ ਦਿੱਤੇ, ਉੱਡਣ ਵਾਲੇ ਪੰਛੀ ਬਣਾ ਦਿੱਤੇ, ਜਿਹੜੇ ਦੂਜੇ ਸੀਗੇ ਮੈਮਲਸ ਉਹ ਬਣਾ ਦਿੱਤੇ, ਤੇ ਫਿਰ ਐਡਮਸ ਐਂਡ ਈਵ, ਮਨੁੱਖ ਤੇ ਨਰ ਤੇ ਮਾਦਾ ਬਣਾ ਕੇ ਜਿਹੜਾ ਪਰਮਾਤਮਾ ਵਿਹਲਾ ਹੋ ਗਿਆ, ਤੇ ਐਤਵਾਰ ਉਸਨੇ ਆਰਾਮ ਕੀਤਾ। ਅੱਛਾ, ਐਤਵਾਰ ਪਰਮਾਤਮਾ ਨੇ ਆਰਾਮ ਕੀਤਾ। ਇਹਦਾ ਮਤਲਬ ਸੋਮ, ਮੰਗਲ, ਬੁੱਧ, ਵੀਰਵਾਰ ਰੱਬ ਨੇ ਪਹਿਲਾਂ ਬਣਾ ਲਿਆ ਸੀ। ਹਾਂ, ਦਿਨਾਂ ਦੇ ਵਿੱਚ 6 ਦਿਨਾਂ ਦੇ ਵਿੱਚ ਉਹਨਾਂ ਦੇ ਨਾਮ ਦੇ ਦਿੱਤੇ ਗਏ, ਸੋਮ, ਮੰਗਲ, ਬੁੱਧ, ਵੀਰਵਾਰ। 6 ਦਿਨਾਂ ਦੇ ਵਿੱਚ ਜਿਹੜੀ ਜਗਤ ਰਚਨਾ ਸੀ ਉਹ ਕੀਤੀ, ਤੇ 7ਵੇਂ ਦਿਨ ਉਸਨੇ ਆਰਾਮ ਕੀਤਾ। ਇਹ ਜੈਨਸਿਸ। ਮੈਂ ਥੱਕ ਗਿਆ ਸੀ ਰੱਬ, ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿ ਸਕਦੇ ਜਿਹੜਾ ਵੀ ਉਹਨੂੰ ਆਰਾਮ ਦੀ ਲੋੜ ਪੈ ਗਈ। ਇਹਦਾ ਮਤਲਬ ਉਹ ਕਹਿੰਦੇ ਆ ਵੀ ਰੱਬ ਜਿਹੜਾ ਇੱਕ ਸਰੀਰਕ ਰੂਪ ਦੇ ਵਿੱਚ, ਸਰੀਰਕ ਰੂਪ ਦੇ ਵਿੱਚ ਜਿਹੜੇ ਹੁਕਮ ਦੇ ਵਿੱਚ ਉਹਦੀ ਆਵਾਜ਼ ਦੇ ਨਾਲ ਸਭ ਕੁਝ ਹੋ ਰਿਹਾ ਸੀ। ਲੈਟ ਬੀ ਏਅਰ, ਲੈਟ ਬੀ ਵਾਟਰ, ਹੁਣ ਪਾਣੀ ਹੋਣਾ ਚਾਹੀਦਾ, ਅੱਜ ਹਵਾ ਚਾਹੀਦੀ ਆ। ਇਸ ਤਰ੍ਹਾਂ ਜਿਹੜਾ ਜਗਤ ਦਾ ਸਿਧਾਂਤ ਉਹ ਹੈ। ਇਸੇ ਤਰ੍ਹਾਂ ਇਸਲਾਮ ਨੇ ਕਾਫੀ ਡੇੜਤਾ ਕੀਤੀ ਆ। ਇਸਲਾਮ ਨੇ ਸਿਰਫ ਇੰਨਾ ਕਿਹਾ ਕਿ ਖੁਦਾ ਦੇ ਹੁਕਮ ਦੇ ਵਿੱਚ, ਪਰ ਉਹ ਜਿਹੜੀ ਗੱਲ ਹੈ ਉਹ ਕਾਫੀ ਢੁਕਵੀਂ ਹੈ। ਪਰ ਜਿਹੜਾ ਅੱਜ ਵਿਗਿਆਨ ਜਿਸ ਤੇ ਟਿਕੀ ਹੈ, ਵਿਗਿਆਨ ਇਸ ਨੂੰ ਕਹਿ ਰਹੀ ਹੈ ਬਿਗ ਬੈਂਗ ਥਿਊਰੀ। ਉਹਦੇ ਵਿੱਚ ਇਹ ਹੈ ਕਿ ਇੱਕ ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਗੋਲਾ ਅਗਨੀ ਦਾ ਜਿਹੜਾ ਘੁੰਮ ਰਿਹਾ ਸੀ, ਤਾਂ ਉਹਦੀ ਆਪਣੀ ਜਿਹੜੀ ਘੁਮਾ ਦੇ ਨਾਲ ਇੰਨਾ ਅੰਦਰੂਨੀ ਦਬਾਅ ਬਣਿਆ ਕਿ ਉਹ ਬਹੁਤ ਫੈਲਦਾ ਗਿਆ। ਉਹਦੀ ਜਿਹੜੀ ਆਪਣੀ ਸੈਂਟਰੀਫਿਊਗਲ ਫੋਰਸ ਆ, ਉਹਦਾ ਆਪਣੇ ਅੰਦਰੂਨੀ ਜਿਹੜਾ ਘੁੰਮਣ ਦਾ ਦਬਾਅ ਆ, ਉਹ ਇੰਨਾ ਜ਼ਿਆਦਾ ਫੈਲਿਆ ਕਿ ਉਹ ਫਟ ਗਿਆ। ਹੁਣ ਜਦੋਂ ਫਟਣਾ, ਮੈਂ ਕੱਲ ਵੀ ਗੱਲ ਸਾਂਝੀ ਕੀਤੀ ਸੀ ਕਿ ਇੱਕ ਤਾਂ ਬੰਬ ਦਾ ਫਟਣਾ, ਇੱਕ ਗੁਬਾਰੇ ਦਾ ਫਟਣਾ।
ਗੁਬਾਰਾ ਜਦੋਂ ਫਟਦਾ ਪਸਾਰੇ ਤੋਂ ਬਾਅਦ ਫਟਦਾ, ਪੂਰਾ ਭਰਨ ਤੋਂ ਬਾਅਦ। ਇਸੇ ਕਰਕੇ ਉਸ ਐਕਸਪੈਂਡੇਸ਼ਨ ਨੂੰ ਗੁਰਬਾਣੀ ਨੇ ਪਸਾਓ ਸ਼ਬਦ ਹੀ ਵਰਤਿਆ, ਕੀਤਾ ਪਸਾਓ ਇੱਕੋ ਕੁਆਓ। ਕੁਆਓ ਦਾ ਭਾਵ ਹੈ ਹੁਕਮ। ਆਪਣੇ ਹੁਕਮ ਦੇ ਵਿੱਚ ਪਸਾਰੇ ਦੀ ਜਿਹੜੀ ਕਿਰਿਆ ਸੀ ਉਹ ਕਰ ਦਿੱਤੀ। ਉਸ ਪਸਾਰੇ ਦੀ ਕਿਰਿਆ ਤੋਂ ਜਦੋਂ ਉਹਦੇ ਵੱਖ-ਵੱਖ ਅੰਸ਼ ਹੋਏ ਤਾਂ ਫਿਰ ਗੁਰਮਤਿ ਕਹਿੰਦੀ ਹੈ ਕਿ ਅੰਡਜ ਜੋੜ ਜੋੜ ਵਿਛੋੜ। ਉਹ ਜਿਹੜੇ ਛੋਟੇ ਛੋਟੇ ਟੁਕੜੇ ਸੀ, ਕਿਤੇ ਉਹ ਜੁੜਦੇ ਸੀ, ਕਿਤੇ ਉਹ ਵਿਛੜਦੇ ਸੀ। ਉਸ ਜੋੜ ਤੇ ਵਿਛੋੜ ਦੇ ਵਿੱਚ ਤਿਸਤੇ ਹੋਏ ਲੱਖ ਦਰਿਆਓ, ਗਲੈਕਸੀਜ਼ ਜਿਹੜੀਆਂ ਦਰਿਆਓ, ਅਸੀਂ ਉਹਨੂੰ ਗਲੈਕਸੀਜ਼ ਨੂੰ ਕਹਿੰਦੇ ਆ ਕਿ ਉਹਦੀਆਂ ਗਲੈਕਸੀਜ਼ ਜਿਹੜੀਆਂ ਸੀਗੀਆਂ ਉਹ ਵਹਿ ਤੁਰੀਆਂ। ਉਹਨਾਂ ਗਲੈਕਸੀਜ਼ ਤੋਂ ਬਾਅਦ ਸਾਚੇ ਤੇ ਪਵਨਾ ਪਿਆ, ਜਿਹੜੀ ਉਹਦੀ ਆਪਸੀ ਪ੍ਰਕਿਰਿਆ ਸੀ। ਹਵਾ ਪੈਦਾ ਹੋ ਗਈ, ਪਵਨੇ ਤੇ ਜਲ ਹੋਏ। ਹਵਾ ਤੋਂ ਬਾਅਦ ਜਦੋਂ ਆਪਣੀ ਆਕਸੀਜਨ ਦੀ ਤੇ ਹਾਈਡਰੋਜਨ ਦੀ ਪ੍ਰਕਿਰਿਆ ਹੋਈ ਤਾਂ ਪਾਣੀ ਦੀਆਂ ਬੂੰਦਾਂ ਪੈਦਾ ਹੋ ਗਈਆਂ। ਜਦੋਂ ਪਾਣੀ ਬਾਰਿਸ਼ ਦੇ ਰੂਪ ਦੇ ਵਿੱਚ ਵਿਆਹ ਤਾਂ ਫਿਰ ਜਲ ਤੇ ਤ੍ਰਿਭਵਨ ਸਾਜਿਆ। ਜਿਸ ਤਰ੍ਹਾਂ ਭਾਈ ਸਾਹਿਬ ਨੇ ਪਹਿਲਾਂ ਗੱਲ ਕੀਤੀ, ਪਹਿਲਾ ਪਾਣੀ ਜਿਉ ਹੈ। ਸੋ ਗੈਸਾਂ ਤੋਂ ਪਹਿਲੀ ਪਾਣੀ ਦੀ ਹੋਂਦ ਤੇ ਪਹਿਲਾ ਪਾਣੀ ਜਿਉ ਹੈ। ਪਾਣੀ ਦੇ ਵਿੱਚੋਂ ਫਿਰ ਸਿੰਗਲ ਸੈੱਲ, ਜਿਸ ਨੂੰ ਅਮੀਬਾ ਕਿਹਾ ਜਾਂਦਾ ਹੈ, ਉਸ ਤੋਂ ਬਾਅਦ ਮਲਟੀ ਸੈੱਲ ਸਪਾਇਰੋਗੈਰਾ ਤੇ ਹੋਰ ਕਈ ਜੀਵ ਜਿਹੜੇ ਸੀ ਹੋਂਦ ਆਉਣੇ ਜਿਹੜੇ ਸੀ ਸ਼ੁਰੂ ਹੋ ਗਏ, ਜਿੱਥੋਂ ਜਿਹੜੀ ਜਗਤ ਰਚਨਾ ਦਾ ਮੁੱਢ ਵੱਜ ਗਿਆ, ਜਿਸ ਨੂੰ ਅੱਜ ਸਾਇੰਸ ਬਿਗ ਬੈਂਗ ਥਿਊਰੀ ਕਹਿੰਦੀ ਹੈ। ਇੱਕ ਗੱਲ ਹੋ ਰਿਹਾ ਕਿ ਸਾਇੰਸ ਨੂੰ ਜੇ ਅਸੀਂ ਇੱਕ ਸਵਾਲ ਕਰਦੇ ਹਾਂ ਕਿ ਇਹ ਘਟਨਾ ਵਾਪਰੀ ਕਦੋਂ, ਕਿਹੜਾ ਸਮਾਂ ਕਿਹੜਾ ਸੀ, ਤਾਂ ਸਾਇੰਸ ਕਹਿੰਦੀ ਹੈ ਕਿ ਉਸ ਸਮੇਂ ਨੂੰ ਕਿਹਾ ਨਹੀਂ ਜਾ ਸਕਦਾ। ਮਤਲਬ ਇਹ ਚੀਜ਼ ਨੂੰ ਮੰਨਦੀ ਹੈ ਵੀ ਉਸ ਸਮੇਂ ਨੂੰ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਵੀ ਇੰਨੇ ਸਾਲ ਪਹਿਲਾਂ ਆਹ ਦਿਨ ਹੋਵੇਗਾ। ਤੇ ਜੇ ਅਸੀਂ ਗੁਰਮਤ ਦੇ ਵਿੱਚ ਇਹ ਸਵਾਲ ਕਰਦੇ ਹਾਂ ਕਿ ਉਹ ਦਿਨ ਕਿਹੜਾ ਸੀ ਜਦੋਂ ਇਹ ਹੋਇਆ, ਤਾਂ ਪਾਤਸ਼ਾਹ ਬੜਾ ਸੁੰਦਰ ਬਿਆਨ ਕਰਦੇ ਨੇ, ਅਰਬਦ ਨਰਬਦ। ਅਰਬਦ ਕਹਿੰਦੇ ਨੇ ਅਰਬਾਂ ਸਾਲ, ਨਰਬਦ ਕਹਿੰਦੇ ਨੇ ਜਿਹੜੇ ਗਿਣੇ ਨਾ ਜਾ ਸਕਣ। ਅਰਬਦ ਨਰਬਦ ਧੁੰਦੂਕਾਰ, ਧਰਨ ਨਾ ਗਗਨਾ, ਧਰਤੀ ਤੇ ਗਗਨ ਨਹੀਂ ਸੀ। ਜਦੋਂ ਧਰਤੀ ਤੇ ਗਗਨ ਨਹੀਂ ਸੀ, ਧਰਨ ਨਾ ਗਗਨਾ ਹੁਕਮ ਅਪਾਰਾ, ਤੇ ਉਸ ਪਰਮਾਤਮਾ ਜਿਹੜਾ ਨਿਰਾਕਾਰ ਰੂਪ ਸੀ ਉਹਦਾ ਸਰਾਕਾਰ ਰੂਪ ਚ ਹੁਕਮ ਨਹੀਂ ਸੀ ਵਾਪਰਿਆ। ਨਾ ਦਿਨ ਰਹਿਣ, ਜਦੋਂ ਦਿਨ ਤੇ ਰਾਤ ਹੀ ਨਹੀਂ ਸੀ, ਚੰਦ ਨਾ ਸੂਰਜ, ਨਾ ਚੰਦਰਮਾ ਸੀ ਨਾ ਸੂਰਜ ਸੀ, ਸੁਨ ਸਮਾਦ ਲਗਾਏਦਾ। ਪਰਮਾਤਮਾ ਨਿਰਾਕਾਰ ਰੂਪ ਦੇ ਵਿੱਚ ਸੁਨ ਸਮਾਦ ਦੇ ਵਿੱਚ ਸੀ। ਤੇ ਜਿੰਨਾ ਚਿਰ ਧਰਤੀ ਚੰਦ ਤੇ ਸੂਰਜ ਨਹੀਂ ਹੈ ਤੇ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਨਹੀਂ ਹੈ, ਉਹਨਾਂ ਚਿਰ ਸਮੇਂ ਦੀ ਸ਼ੁਰੂਆਤ ਹੋ ਹੀ ਨਹੀਂ ਸਕਦੀ। ਇਸ ਕਰਕੇ ਉਸ ਸਮੇਂ ਨੂੰ ਵਿਖਿਆਨ ਹੀ ਨਹੀਂ ਕੀਤਾ ਜਾ ਸਕਦਾ। ਜਾ ਕਰਤਾ ਸਿਟੀ ਕੋ ਸਾਜੇ ਆਪੇ ਜਾਣੇ ਸੋ। ਦੇਖੋ ਭਾਈ ਸਾਹਿਬ ਜੀ, ਤੁਹਾਡੇ ਸਵਾਲਾਂ ਦੇ ਵਿੱਚੋਂ ਇੱਕ ਗੱਲ ਸਾਹਮਣੇ ਆਉਂਦੀ, ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਪਹਿਲੋਂ ਸਾਇੰਸ ਮੰਨਦੀ ਵੀ ਇੱਕ ਅੱਗ ਦਾ ਗੋਲਾ ਸੀ ਤੇ ਬੜੀ ਤੇਜ਼ੀ ਨਾਲ ਘੁੰਮ ਰਿਹਾ ਸੀ। ਅਕਸਰ ਉਸ ਅੱਗ ਦੇ ਗੋਲੇ ਨੂੰ ਬਣਾਉਣ ਵਾਲਾ ਵੀ ਕੋਈ ਹੈਗਾ ਸੀ, ਪਰਮਾਤਮਾ। ਬਿਲਕੁਲ, ਜਿਸ ਨੂੰ ਸੁਣ ਪਰ ਇਹ ਤਾਂ ਗੁਰਮਤਿ ਨੇ ਕਿਹਾ। ਬਿਲਕੁਲ, ਪਰ ਸਾਇੰਸ ਉਸ ਗੱਲ ਤੇ ਚੁੱਪਿਆ ਨਾ, ਸਾਇੰਸ ਉਸ ਗੱਲ ਤੇ ਚੁੱਪ। ਪਰ ਗੁਰਮਤਿ ਨੇ ਉਦੋਂ ਬਾਅਦ ਦੀ ਗੱਲ, ਪਹਿਲਾਂ ਦੀ ਗੱਲ ਪਹਿਲਾਂ ਦੀ ਗੱਲ, ਪਰਮਾਤਮਾ ਤੋਂ ਵੀ ਨਿਰਾਕਾਰ ਰੂਪ ਸੀ। ਇਹਨਾਂ ਨੇ ਹਜੇ ਜੇ ਆਪਾਂ ਸੋਚੀ ਉਸ ਤਰੀਕੇ ਨਾਲ ਤੇ ਸਾਇੰਸ ਵਾਲਿਆਂ ਨੇ ਹਜੇ ਉੱਥੇ ਤੱਕ ਸੋਚਿਆ ਹੀ ਨਹੀਂਗਾ। ਅਜੇ ਉਹ ਖੋਜ ਕਰ ਰਹੇ ਨੇ। ਪਿੱਛੇ ਜਿਹੜੀ ਖੋਜ ਹੋ ਰਹੀ ਸੀ ਕਿ ਅਸੀਂ ਜਿਹਨੂੰ ਗੋਡ ਪਾਰਟੀਕਲ ਕਹਿੰਦੇ ਨੇ, ਪਰਮਾਤਮਾ ਦਾ ਜਿਹੜਾ ਪਿੱਛੇ ਜੇ ਕਹਿੰਦੇ ਸੀ ਕਿ ਬੜੀ ਲੰਬੀ ਸੁਰੰਗ ਬਣਾ ਕੇ ਤੇ ਖੋਜ ਕੀਤੀ ਜਾ ਰਹੀ ਆ। ਬੇਸਿਕਲੀ ਉਹ ਪਸਾਰੇ ਤੋਂ ਪਹਿਲੇ ਦੇ ਅੰਸ਼ਾਂ ਦੀ ਖੋਜ ਹੀ ਹੋ ਰਹੀ ਆ, ਅਜੇ ਤੱਕ ਕਰ ਨਹੀਂ ਸਕੀ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਹਿਤਾ ਕਿ ਸੁਨ ਸਮਾਦ ਲਗਾਏਦਾ, ਉਹ ਨਿਰਾਕਾਰ ਰੂਪ ਚ ਸੀ। ਆ ਦੇਖੋ ਨਾ ਜੀ, ਜੋ ਕਹਿੰਦੇ ਅੱਗ ਦਾ ਗੋਲਾ ਸੀ, ਅੱਗ ਦਾ ਗੋਲਾ ਕਿਤੇ ਘੁੰਮਦਾ ਸੀ ਤੇ ਜਿੱਥੇ ਉਹ ਘੁੰਮਦਾ ਸੀ ਉਹ ਵੀ ਆਕਾਰ ਕਿੰਨਾ ਵੱਡਾ ਹੋਊਗਾ। ਅੱਜ ਜਿੰਨੇ ਸੂਰਜ, ਧਰਤੀਆਂ, ਚੰਦਰ ਸਾਨੂੰ ਦੇਖਦੇ ਆ, ਇਹ ਉਸ ਗੋਲੇ ਦੇ ਵਿੱਚ ਨੇ ਜਿਹੜੇ ਸਾਨੂੰ ਦਿਖਦੇ ਆ। ਇਦਾਂ ਦੇ ਵੀ ਹੈ ਜਿਹੜੇ ਸਾਨੂੰ ਦਿਖਦੇ ਨਹੀਂ। ਗੁਰਮਤਿ ਕਹਿੰਦੀ ਬਹੁਤ ਐਸੇ ਨੇ ਜਿਹੜੇ ਨਜ਼ਰ ਨਹੀਂ ਆ ਰਹੇ, ਤੇ ਸਾਇੰਸ ਦੇ ਵੀ ਮੰਨਦੀ ਐ ਇਸ ਚੀਜ਼ ਨੂੰ। ਪਰ ਉਹ ਜਿਹੜਾ ਗੋਲਾ ਜਿੱਥੇ ਘੁੰਮਦਾ ਪਿਆ ਸੀਗਾ ਉਹ ਕਿੱਡਾ ਵੱਡਾ ਹੋਊਗਾ, ਆਕਾਰ ਉਹਦੇ ਵਿੱਚ ਵਿਹਲਾ ਪਿਆ, ਜਿਹਦੇ ਵਿੱਚ ਉਹਦੇ ਟੋਟੇ ਬਿਖਰ ਗਏ ਤੇ ਵਿੱਚ ਕੋਈ ਚੰਦ ਬਣਿਆ, ਕੋਈ ਸੂਰਜ ਬਣਿਆ, ਕੋਈ ਤਾਰੇ ਬਣੇ, ਕੋਈ ਧਰਤੀਆਂ ਬਣਿਆ। ਉਹ ਕਿੱਡਾ ਸਾਰਾ ਕੌਣ ਅੰਤ ਪਾ ਸਕਦਾ ਇਹਦਾ? ਕੋਈ ਨਹੀਂ। ਤਾਂ ਹੀ ਤਾਂ ਗੁਰੂ ਪਾਤਸ਼ਾਹ ਨੇ ਕਹਿਤਾ ਕਿ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ। ਇਸੇ ਕਰਕੇ ਪਿੱਛੇ ਜਦੋਂ ਆਮ ਬਹੁਤਾਤ ਮੈਂ ਹੈਰਾਨ ਸੀਗਾ ਕਿ ਜਿਹੜੇ ਲੋਕੀ ਇੰਟਰਨੈਟ ਮਾਧਿਅਮਾਂ ਦੀ ਵਰਤੋਂ ਕਰਦੇ ਨੇ, ਤੇ ਪਿਛਲੇ ਸਾਲ ਦੇ ਵਿੱਚ ਇੱਥੋਂ ਤੱਕ ਕਿ ਸਾਡੇ ਕਈ ਆਪਣੇ ਆਪ ਨੂੰ ਬੜੇ ਮਹਾਂਪੁਰਸ਼ ਅਖਵਾਉਣ ਵਾਲੇ ਲੋਕਾਂ ਨੇ ਵੀ ਕਹਿ ਦਿੱਤਾ ਕਿ ਦਸੰਬਰ ਦੇ ਵਿੱਚ ਦੁਨੀਆ ਖਤਮ ਹੋ ਜਾਣੀ ਆ, ਮਾਇਆ ਕੈਲੰਡਰ ਦਾ ਆਧਾਰ ਬਣਾ ਕੇ। ਸ਼ਾਇਦ ਉਹਨਾਂ ਨੇ ਆਪਣੇ ਆਪ ਨੂੰ ਰੱਬ ਦੇ ਨੇੜੇ ਜ਼ਿਆਦਾ ਗਿਣ ਲਿਆ, ਤੇ ਜਿਹੜੇ ਕੁਝ ਪੱਛਮੀ ਸੱਭਿਅਤਾ ਦੇ ਲੋਕ ਸੀ ਇਹਨਾਂ ਨੇ ਵੀ ਇੱਕ ਕੈਲੰਡਰ ਨੂੰ ਆਧਾਰ ਬਣਾ ਕੇ ਕਹਿ ਦਿੱਤਾ। ਪਰ ਮੈਂ ਉਦੋਂ ਵੀ ਕਹਿੰਦਾ ਰਿਹਾ ਕਿ ਜਿਹੜੀ ਇਸ ਗੱਲ ਤੇ ਮੋਹਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਲਾਤੀ ਹੈ ਨਾ ਕਿ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਉਸ ਸ੍ਰਿਸ਼ਟੀ ਦੇ ਸ਼ੁਰੂਆਤ ਦਾ ਸਮਾਂ ਤੇ ਉਹਦੇ ਅੰਤ ਦਾ ਸਮਾਂ ਮਨੁੱਖ ਨਿਰਧਾਰਤ ਨਹੀਂ ਕਰ ਸਕਦਾ, ਨਾ ਸਾਇੰਸ ਵਿਗਿਆਨ ਕਰ ਸਕਦਾ। ਪਰ
ਦੇਖੋ ਇਹ ਸਾਰਾ ਜੋ ਵੀ ਅਕਾਲ ਪੁਰਖ ਨੇ ਬਣਾਇਆ ਸ੍ਰਿਸ਼ਟੀ ਦਾ, ਅਸੀਂ ਹੁਣ ਵਿਚਾਰਾਂ ਦੇ ਵਿੱਚੋਂ ਨਿਚੋੜ ਕੱਢ ਕੇ ਹਟੇ ਹਾਂ ਕਿ ਇਹ ਸਾਇੰਸ ਕਹਿੰਦੀ ਆ ਪਹਿਲੋਂ ਗੋਲਾ ਸੀ ਅੱਗ ਦਾ ਘੁੰਮਦਾ, ਉਹ ਕੌਣ ਘੁਮਾਉਣ ਵਾਲਾ ਸੀ ਉਹਨੂੰ ਪਤਾ ਨਹੀਂ ਕੌਣ ਘੁਮਾਉਣ ਵਾਲਾ ਸੀਗਾ, ਕਿੱਦਾਂ ਉਹ ਪਾਟਾ ਉਹਨੂੰ ਨਹੀਂ ਪਤਾ ਕਿੱਦਾਂ ਪਾਟਾ, ਉਹ ਕਹਿੰਦਾ ਘੁੰਮਦਾ ਘੁੰਮਦਾ ਉੱਤੇ ਹੀ ਪਾਟ ਗਿਆ। ਪਰ ਗੁਰਮਤਿ ਕਹਿੰਦੀ ਆ ਉੱਤੇ ਨਹੀਂ ਪਾਟ ਗਿਆ, ਜੋ ਕੁਝ ਵੀ ਹੋਇਆ ਉਹਦੇ ਭਾਣੇ ਵਿੱਚ ਉਹਦੇ ਹੁਕਮ 'ਚ, ਉਹਦੇ ਵਿੱਚ ਇੱਕ ਹੁਕਮ ਇੱਕ ਹੁਕਮ ਕੀਤਾ ਵਸਾਓ ਤਿਸ ਤੇ ਹੋਏ ਲੱਖ ਦਰਿਆਓ। ਤੇ ਉਹ ਗੁਰਬਾਣੀ ਇਹ ਵੀ ਕਹਿੰਦੀ ਬਾਬਾ ਜੀ, ਜੀਵ ਜੇਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਦੇਣਗੇ। ਤੇ ਇਹ ਜਿਹੜੀ ਸਾਡੀ ਸਾਇੰਸ ਆ, ਜਿਸ ਤਰੀਕੇ ਉਹ ਕਹਿੰਦੇ ਬੰਦਾ ਪਹਿਲਾਂ ਬਾਂਦਰ ਸੀਗਾ, ਫਿਰ ਬਾਂਦਰ ਤੋਂ ਦੂਸਰਾ ਬਾਂਦਰ ਬਣ ਗਿਆ, ਫਿਰ ਤੋਂ ਉੱਦਾਂ ਬਣ ਗਿਆ, ਤੇ ਫਿਰ ਬੰਦਾ ਬਣ ਗਿਆ। ਇੰਨੇ ਕੁ ਸਾਲ ਲੱਗ ਗਏ ਘਿਸਦੇ ਨੂੰ। ਪਰ ਜਿਹੜੇ ਅੱਜ ਵੀ ਬਾਂਦਰ ਆ ਉਹ ਕੀ ਸੀਗੇ ਉਹ ਨਹੀਂ ਕੋਈ ਦੱਸਦਾ। ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਮੈਂ ਅੱਜ ਵੀ ਬਾਂਦਰ ਹੈਗੇ ਆ? ਬਿਲਕੁਲ। ਮੈਂ ਇਹ ਬੇਨਤੀ ਭਾਈ ਸਾਹਿਬ ਜੀ ਕਰਨਾ ਚਾਹੁੰਦਾ ਹਾਂ ਕਿ ਸਾਇੰਸ, ਪਹਿਲਾਂ ਵੀ ਜਦੋਂ ਆਪਾਂ ਗੱਲ ਚੱਲੀ ਸੀ ਕਿ ਸਾਇੰਸ ਦਾ ਇੱਕ ਆਪਣਾ ਵਿਸ਼ਾ ਵੱਖਰਾ ਹੈ, ਮੈਂ ਉਸ ਦਾ ਸਟੂਡੈਂਟ, ਮੈਂ ਗੁਰਮਤਿ ਦੀ ਗੱਲ ਕਰਦਾ, ਗੁਰਮਤਿ ਗੱਲ ਕਰਦਾ ਹਾਂ ਕਿ ਜੋ ਪਹਿਲਾਂ ਡਾਕਟਰ ਸਾਹਿਬ ਨੇ ਕਿਹਾ ਹੈ, ਵਕਤ ਨਾ ਪਾਇਓ ਕਾਦੀਆਂ ਜਨ ਲਿਖਣ ਲਈ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੇ ਸੋਈ। ਉਹ ਮਾਲਕ ਪਰਮੇਸ਼ਰ ਆਪ ਹੀ ਜਾਣਦਾ ਹੈ, ਕਿਉਂਕਿ ਉਹ ਪਰਮੇਸ਼ਰ ਆਦ ਸੱਚ ਹੈ, ਜੁਗਾਦ ਸੱਚ ਹੈ। ਉਹ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਨਹੀਂ ਵੀ ਸੀ ਹੋਈ, ਸਤਿਗੁਰੂ ਜੀ ਕਹਿੰਦੇ ਉਹ ਉਦੋਂ ਵੀ ਅਟਲ ਸੀ, ਉਸ ਦਾ ਹੁਕਮ ਵੀ ਅਟਲ ਸੀ, ਤੇ ਆਪ ਵੀ ਅਟਲ ਸੀ। ਜਿਸ ਟਾਈਮ ਜੁਗਾ ਜਗੰਤਰਾਂ ਤੋਂ ਪਹਿਲਾਂ ਵੀ ਉਹ ਮਾਲਕ ਵਾਹਿ, ਜਦੋਂ ਯੁੱਗ ਸ਼ੁਰੂ ਹੋਇਆ ਇਹਨਾਂ ਜੁਗਾ ਜਗੰਤਰਾਂ ਤੋਂ ਪਹਿਲਾਂ ਵੀ ਉਹ ਵਾਹਿਗੁਰੂ ਪਰਮੇਸ਼ਰ ਦੀ ਹੋਂਦ ਅਟਲ ਸੀ। ਉਹ ਹੁਣ ਵੀ ਹੈ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਅਟਲ ਰਹੇਗਾ। ਉਹ ਅਟਲ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਹੀ ਸਾਰੇ ਦੀ ਸਾਰਾ ਇਹ ਪਰ ਤੁਸੀਂ ਇਹ ਚੀਜ਼ ਨਾਲ ਸਹਿਮਤ ਨਹੀਂ ਕਿ ਬੰਦਾ ਬਾਂਦਰ ਤੋਂ ਬਣਿਆ? ਸਾਨੂੰ ਗੁਰਮਤਿ ਦੇ ਵਿੱਚ ਐਸੀ ਗੱਲ ਕਿਤੇ ਮਿਲੀ ਨਹੀਂ। ਸਾਇੰਸ ਤਾਂ ਇੱਕ ਵੱਖਰਾ ਵਿਸ਼ਾ ਹੈ, ਗੁਰਮਤਿ ਦੇ ਨਾਲ ਇਹਦੇ ਵਿੱਚੋਂ ਸਾਨੂੰ ਕੁਝ ਐਸੀ ਨਾ ਕਿਸੇ ਗੁਰੂ ਗ੍ਰੰਥ ਸਾਹਿਬ ਮੈਨੂੰ ਇਹ ਵੀ ਨਹੀਂ ਗੱਲ ਬਾਬਾ ਜੀ ਸਮਝ ਆਉਂਦੀ। ਇਹ ਜਿਹੜੇ ਸਾਇੰਸ ਵਾਲੇ ਇਕੱਲੇ ਬਾਂਦਰ ਦੇ ਬੰਦੇ ਤੇ ਬਾਂਦਰ ਦੇ ਦੁਆਲੇ ਕਿਉਂ ਹੋਏ, ਬਾਕੀ ਜਾਂ 84 ਲੱਖ ਜੀਵ ਆ ਉਹਨਾਂ ਦੇ ਦੁਆਲੇ ਕਿਉਂ ਨਹੀਂ ਹੋਏ? ਕਿਉਂਕਿ 84 ਲੱਖ ਹੋਰ ਵੀ ਜੀਵ ਹੈਗੇ ਨਾ, ਕੋਈ ਸਾਨੂੰ ਪੱਕੇ ਉਹਨਾਂ ਦੇ ਬਾਰੇ ਨਹੀਂ ਦੱਸਦੇ ਪਏ ਵੀ ਜਿਹੜੀ ਅੱਜ ਕੀੜੀ ਉਦੋਂ ਕੀ ਸੀ, ਜਿਹੜਾ ਅੱਜ ਹਾਥੀ ਆ ਉਦੋਂ ਕੀ ਸੀਗਾ। ਜਿਹਦੇ ਬੰਦੇ ਦੀ ਬਾਂਦਰ ਦੀ ਗੱਲ ਲਿਆਉਂਦੇ ਆ, 84 ਲੱਖ ਜੀਵਾਂ ਦੀ ਕਿਉਂ ਨਹੀਂ ਗੱਲ ਕਰਦੇ? ਕੀ ਤੁਸੀਂ ਕਹਿਣਾ ਚਾਹੁੰਦੇ ਸਾਇੰਸ ਦੇ ਥਰੂ ਇਹਦੇ ਬਾਰੇ? ਦੇਖੋ ਇਹ ਜਿਹੜੀਆਂ ਕੀ ਤੁਹਾਡੀ ਖੋਜ ਜਿਹੜੀਆਂ ਇਹ ਪ੍ਰਕਿਰਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਐਵੋਲੂਸ਼ਨ ਕਹਿੰਦੇ ਆ, ਕਿ ਜਿਹੜੀ ਬਦਲਾਅ ਦੀ ਗੱਲ ਹੈ ਕਿਸੇ ਤੋਂ, ਇਹ ਇੱਕ ਮਨੁੱਖ ਦੀ ਜ਼ਿੰਦਗੀ 'ਚ ਨਹੀਂ ਵਾਪਰਦੀ, ਇਹ ਕਰੋੜਾਂ ਸਾਲਾਂ 'ਚ ਵਾਪਰਦੀ ਆ। ਔਰ ਉਹ ਵੀ ਸਾਇੰਸ ਨੇ ਕੋਈ ਪੱਕੇ ਤੌਰ ਤੇ ਨਿਰਧਾਰਿਤ ਨਹੀਂ ਕਰ ਦਿੱਤਾ ਕਿ ਐਵੇਂ ਹੀ ਹੋਇਆ, ਅੰਦਾਜ਼ੇ ਨੇ। ਅੱਛਾ, ਅੰਦਾਜ਼ੇ ਨੇ ਕਿ ਇਹ ਕੁਝ ਐਵੇਂ ਹੋਇਆ। ਜਿਸ ਤਰ੍ਹਾਂ ਗੁਰੂ ਪਾਤਸ਼ਾਹ ਉਸ ਨੂੰ ਜਿਹੜਾ ਮਨੁੱਖ ਦਾ ਐਵੋਲੂਸ਼ਨ ਨੂੰ ਇੱਕ ਉਸ ਸਾਈਕਲ 'ਚ ਬਿਆਨ ਕਰਦੇ ਨੇ ਵੀ ਕਈ ਜਨਮ ਪਏ ਕੀਟ ਪਤੰਗਾ ਜੂਨਾਂ ਦੇ ਰੂਪ ਦੇ ਵਿੱਚ। ਸੋ ਜਿਹੜੀਆਂ ਇਹ ਮਨੁੱਖ ਦੀਆਂ, ਜਿਹਨੂੰ ਕਹਿ ਸਕਦੇ ਕਿ ਵਿਕਾਸ ਦੀਆਂ ਜਿਹੜੀਆਂ ਕਿਰਿਆਵਾਂ ਨੇ, ਇਹਨਾਂ ਦੇ ਬਾਰੇ ਨਿਸ਼ਚਿਤ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਵਿਗਿਆਨ ਵੀ ਜਿਹੜੀ ਆ, ਚਾਹੇ ਜਿੰਨੇ ਵੀ ਉਹਦੇ ਸਿਧਾਂਤ ਨੇ ਮਨੁੱਖ ਦੇ ਵਿਕਾਸ ਦੀਆਂ ਪ੍ਰਕਿਰਿਆਵਾਂ ਦੇ ਵਿੱਚ, ਉਹ ਕੇਵਲ ਤੇ ਕੇਵਲ ਅੰਦਾਜ਼ਿਆਂ ਤੱਕ ਸੀਮਿਤ ਨੇ ਕਿ ਇੰਨੇ ਕਰੋੜ ਸਾਲ ਪਹਿਲਾਂ ਹੋ ਸਕਦਾ ਆ ਵਾਪਰਿਆ ਹੋਵੇ, ਇੰਨੇ ਕਰੋੜ ਸਾਲ ਪਹਿਲਾਂ ਹੋ ਸਕਦਾ ਇਸ ਤਰ੍ਹਾਂ ਜੀਵਾਂ ਦਾ ਅੰਤ ਹੋਇਆ ਹੋਵੇ, ਇੰਨੇ ਕਰੋੜ ਸਾਲ ਪਹਿਲਾਂ ਹੋ ਸਕਦਾ ਸੰਸਾਰ ਦੇ ਉੱਪਰ ਡਾਇਨਾਸੌਰ ਹੋਣ। ਪਰ ਕੇਵਲ ਤੇ ਕੇਵਲ ਉਹਨਾਂ ਦੇ ਅੱਜ ਜਿਹੜੇ ਸਾਨੂੰ ਫੋਸਿਲਸ ਮਿਲਦੇ ਨੇ, ਜਿਹੜੇ ਅੰਸ਼ ਮਿਲਦੇ ਨੇ ਗਵਾ ਚੁੱਕੇ ਜੀਵਾਂ ਦੇ ਜਾਂ ਖਤਮ ਹੋ ਚੁੱਕੇ ਜੀਵਾਂ ਦੇ, ਉਹਨਾਂ ਦੇ ਅੰਸ਼ਾਂ ਦੇ ਉੱਪਰ ਜਿਹੜੀ ਕਾਰਬਨ 14 ਜਿਹੜਾ ਸਿਸਟਮ ਹੁੰਦਾ ਹੈ ਕਿ ਉਹਨਾਂ ਦੇ ਲੱਭਣਾ ਪੁਰਾਤਨਤਾ ਨੂੰ, ਉਹਦੇ ਉੱਪਰ ਆਧਾਰਿਤ ਕੇਵਲ ਅੰਦਾਜ਼ੇ ਨੇ। ਅੱਜ ਤਾਂ ਕਹਿੰਦੇ ਆ ਇੰਨੇ ਕਰੋੜ ਸਾਲ ਪਹਿਲਾਂ ਹੋਇਆ, ਇੰਨੇ ਲੱਖ ਸਾਲ ਪਹਿਲਾਂ ਹੋਇਆ, ਇੰਨੇ ਕਰੋੜ ਸਾਲ ਬਾਅਦ ਆ ਹੋ ਜਾਊਗਾ, ਮਤਲਬ ਆਈਡੀਏ ਜਿਹੜਾ। ਪਰ ਇੱਕ ਗੱਲ ਤਾਂ ਜਿਹੜੀ ਗੁਰਬਾਣੀ ਵਿੱਚ ਲਿਖੀ ਗਈ ਆ ਕਿ 84 ਲੱਖ ਜੀਵ ਜਿਹੜੇ ਆ, 42 ਲੱਖ ਜਿਹੜੇ ਪਾਣੀ ਵਾਲੇ ਹੋ ਗਏ ਤੇ 42 ਲੱਖ ਜਿਹੜੇ ਆ ਪਾਣੀ ਤੋਂ ਬਾਹਰ ਦੇ ਹੋ ਗਏ। ਜੇ ਉਹ 84 ਲੱਖ ਜੀਵਾਂ ਦੀ ਗੱਲ ਕੀਤੀ ਗਈ ਆ ਤੇ ਤਾਂ 84 ਲੱਖ ਜੀਵ ਹੈਗੇ ਆ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਹਾਂ ਬਿਲਕੁਲ। ਜੇ 84 ਲੱਖ ਜੀਵ ਹੈਗੇ ਆ ਤਾਂ ਮਤਲਬ 84 ਲੱਖ ਜੀਵਾਂ ਦੀ ਹੋਂਦ ਅਕਾਲ ਪੁਰਖ ਨੇ ਸ਼ਾਇਦ ਜਦੋਂ ਧਰਤੀ ਬਣਾਈ ਜਾਂ ਸ੍ਰਿਸ਼ਟੀ ਸਾਜੀ ਉਦੋਂ ਤੋਂ ਹੀ ਬਣਾਤੀ ਹੋਵੇਗੀ। ਬਿਲਕੁਲ। ਪਰ ਮਤਲਬ ਕਿ ਮੈਂ ਫਿਰ ਉਸ ਗੱਲ ਤੇ ਮਨੁੱਖ ਦੀ ਸੋਝੀ ਹੈ ਜਿਹੜੀ ਮੇਰਾ ਜਾਂ ਤੁਹਾਡਾ ਜਾਂ ਕਿਸੇ ਦਾ ਵੀ, ਕਿ ਉਹਦੇ ਉੱਪਰ ਇਸ ਚੀਜ਼ ਨੂੰ ਬਿਆਨ ਕਰਨਾ ਜਿਹੜਾ ਦਾਅਵੇ ਦੇ ਨਾਲ, ਉਹ ਬੜਾ ਔਖਾ। ਇਸ ਕਰਕੇ 84 ਲੱਖ ਜੂਨ ਮੰਨ ਲਓ ਗੁਰਮਤਿ ਕਹਿੰਦੀ ਆ, ਮੰਨਣੀ ਵੀ ਪਏਗੀ ਕਿਉਂਕਿ ਗੁਰਬਾਣੀ ਦੀ ਹਰ ਜਿਹੜਾ ਅੱਖਰ ਆ ਉਹ ਸੱਤ ਹੈ। ਤੇ ਵਿਗਿਆਨਕ ਨਜ਼ਰੀਆ ਜਿਹੜਾ ਬੇਸ਼ੱਕ ਉਹ ਵੀ ਕਹਿੰਦਾ ਹੈ ਕਿ ਜਿਹੜੀਆਂ ਜੂਨਾਂ ਨੇ ਉਹ ਲੱਖਾਂ ਦੇ ਵਿੱਚ ਨੇ। ਗਿਣਤੀ ਵਿਗਿਆਨ ਨੇ ਹਜੇ ਗਿਣਤੀ ਕੀਤੀ ਨਹੀਂ ਕੀਤੀ, ਕਿਉਂਕਿ
ਉਹਦੇ ਵਿੱਚ ਸਮੱਸਿਆਵਾਂ ਇਹ ਆ ਜਾਂਦੀਆਂ, ਜਿਸ ਤਰ੍ਹਾਂ ਮੱਛੀ ਮੰਨ ਲਓ, ਮੱਛੀ ਦੀਆਂ ਆਪਣੀਆਂ ਹੀ ਕਿਸਮਾਂ ਕਰੋੜਾਂ 'ਚ ਨੇ। ਹੁਣ ਸਮੱਸਿਆ ਹੈ ਕਿ ਮੱਛੀ ਨੂੰ ਜੂਨ ਗਿਣਿਆ ਜਾਵੇ ਜਾਂ ਮੱਛੀ ਦੀਆਂ ਕਿਸਮਾਂ ਨੂੰ ਜੂਨ ਗਿਣਿਆ ਜਾਵੇ, ਇਹ ਪ੍ਰਮਾਤਮਾ ਜਾਣਦਾ, ਇਹ ਮਨੁੱਖ ਦੇ ਵਾਸਤੇ ਹੀ ਗੱਲ ਹੈ। ਜਿੱਦਾਂ ਤੁਸੀਂ ਗੱਲ ਕੀਤੀ ਸੀ ਵੀ ਸਮੁੰਦਰ ਦੀ ਗਹਿਰਾਈ ਵਿੱਚ ਚੱਲ ਜਾਓ, ਉੱਥੇ ਵੀ ਜੰਗਲ ਤੁਰੇ ਫਿਰਦੇ ਆ। ਉੱਥੇ ਵੀ ਬਿਲਕੁਲ। ਪਹਾੜਾਂ ਤੇ ਇੱਥੇ ਧਰਤੀ ਦੇ ਪਹਾੜਾਂ 'ਚ ਚੱਲ ਜਾਓ, ਉੱਥੇ ਵੀ ਜੰਗਲ ਤੁਰੇ ਫਿਰਦੇ ਆ। ਬਿਲਕੁਲ। ਤੇ ਤਰ੍ਹਾਂ ਤਰ੍ਹਾਂ ਦੇ ਜੀਵ ਜਦੋਂ ਅਸੀਂ ਟੈਲੀਵਿਜ਼ਨ ਤੇ ਦੇਖਦੇ, ਤਰ੍ਹਾਂ ਤਰ੍ਹਾਂ ਦੇ ਜੀਵ ਜਦੋਂ ਖੋਜ ਕਰਦੇ ਆ, ਤੇ ਸਾਨੂੰ ਧਰਤੀ ਵਿੱਚ ਹਰ ਵਾਰੀ ਸਮੁੰਦਰ ਦੇ ਵਿੱਚ ਉਦੋਂ ਦੇ ਜੀਵ ਮਿਲਦੇ ਆ ਜਿਹੜੇ ਕਿ ਪਹਿਲਾਂ ਦੇਖੇ ਨਹੀਂ ਹੁੰਦੇ। ਰੋਜ਼ ਦੀਆਂ ਰੋਜ਼ ਇਹ ਗੱਲਾਂ, ਮਤਲਬ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਬਿਲਕੁਲ ਜੀ, ਕਿੰਨੀ ਤੇਰਾ ਅੰਤ ਜਿਹਨੇ ਸ੍ਰਿਸ਼ਟੀ ਬਣਾਈ ਆ, ਅਸੀਂ ਕਿੰਨੇ ਵੀ ਸਿਆਣੇ ਹੋ ਜਾਈਏ, ਉਹਦਾ ਅੰਤ ਨਹੀਂ ਪੈ ਸਕਦਾ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੱਜ ਤੱਕ ਕੋਈ ਪਾ ਨਹੀਂ ਸਕਿਆ ਔਰ ਨਾ ਹੀ ਪਾ ਸਕੇਗਾ। ਹਾਂ, ਬਿਲਕੁਲ ਇਸੇ ਤਰ੍ਹਾਂ ਹੀ ਹੈ ਜਿਵੇਂ ਇੱਕ ਪੰਛੀ ਆ, ਅਸੀਂ ਤਾਂ ਇੱਕ ਪੰਛੀਆਂ ਦੀ ਤਰ੍ਹਾਂ, ਜਾਂ ਸਾਡੇ ਵਿਦਵਾਨ ਵੀ ਆਪਾਂ ਇਸੇ ਨੂੰ ਕਹਿ ਸਕਦੇ ਹਾਂ। ਜਿੰਨਾ ਮਰਜ਼ੀ ਕੋਈ ਗਿਆਨ ਰੱਖ ਲਵੇ, ਲੇਕਿਨ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਸਰੂਪ ਦਾ ਕੋਈ ਅੰਤ ਨਹੀਂ ਪਾ ਸਕਦਾ। ਇੱਕ ਪੰਛੀ ਆਕਾਸ਼ ਵਿੱਚ ਉੱਡ ਕੇ ਆਨੰਦ ਤਾਂ ਲੈ ਸਕਦਾ ਲੰਮੀਆਂ ਡਾਰੀਆਂ ਮਾਰ ਕੇ, ਪਰ ਆਕਾਸ਼ ਦਾ ਅੰਤ ਉਹ ਕੋ ਵੀ ਨਹੀਂ ਪੈਣਾ। ਮੱਛੀ ਪਾਣੀ ਦੇ ਵਿੱਚ, ਸਮੁੰਦਰ ਵਿੱਚ ਰਹਿ ਕਰਕੇ ਲੰਮੀਆਂ ਉਹ ਸਵਿਮਿੰਗ ਕਰ ਸਕਦੀ ਹੈ, ਤਰ ਸਕਦੀ ਹੈ, ਲੇਕਿਨ ਸਮੁੰਦਰ ਦਾ ਅੰਤ ਉਹ ਕੋ ਵੀ ਨਹੀਂ ਪੈਣਾ। ਇਹਦੇ ਵਿੱਚੋਂ ਅਸੀਂ ਗਿਆਨ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਾਂ, ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ, ਉਸ ਗਿਆਨ ਨੂੰ ਦੂਸਰਿਆਂ ਤੱਕ ਵੰਡ ਸਕਦੇ ਹਾਂ, ਦੂਜਿਆਂ ਨਾਲ ਸਾਂਝਾ ਕਰ ਸਕਦੇ ਹਾਂ। ਇਹ ਗੁਰਮਤਿ ਦੇ ਗਿਆਨ ਦਾ ਨਾ ਕੋਈ ਅੰਤ ਪਾ ਸਕਿਆ ਹੈ ਤੇ ਨਾ ਹੀ ਕੋਈ ਪਾ ਸਕੇਗਾ। ਬਾਬਾ ਜੀ, ਇੱਕ ਸਵਾਲ ਹੋਰ ਉੱਠਦਾ ਵੀ ਜੇ ਆਪਾਂ ਨੂੰ ਮਨੁੱਖਾ ਜਨਮ ਮਿਲਿਆ, ਅਸੀਂ ਆਮ ਤੌਰ ਤੇ ਦੇਖਦੇ ਹਾਂ ਵੀ ਜਿੰਨੇ ਵੀ ਜਾਨਵਰ ਆ, 84 ਲੱਖ ਜੀਵ ਹੈਗਾ ਆ, ਉਹਦੀ ਸਰਦਾਰੀ ਜਿਹੜੀ ਆ ਸਾਡੇ ਕੋਲ ਆ। ਅਸੀਂ ਉਹਨਾਂ ਨੂੰ ਤਗੜੇ ਜਾਨਵਰਾਂ ਨੂੰ ਕਮਾਂਡ ਕਰ ਸਕਦੇ ਆ, ਆਪਣੇ ਹਿਸਾਬ ਦੇ ਨਾਲ ਚਲਾ ਸਕਦੇ, ਪਰ ਜਾਨਵਰ ਸਾਨੂੰ ਆਪਣੇ ਤਰੀਕੇ ਨਾਲ ਕਮਾਂਡ ਨਹੀਂ ਕਰ ਸਕਦੇ। ਬਿਲਕੁਲ। 84 ਲੱਖ ਜੀਵ ਦਾ ਤੇ ਸਾਨੂੰ ਸਰਦਾਰੀ ਬਖਸ਼ੀ ਆ ਉਹ 84 ਲੱਖ ਜੀਵ ਦੀ। ਪਰ ਜੇ 84 ਲੱਖ ਜੀਵ ਦੀ ਸਰਦਾਰੀ ਸਾਨੂੰ ਬਖਸ਼ੀ ਆ, ਤੇ ਬਖਸ਼ੀ ਵੀ ਅਕਾਲ ਪੁਰਖ ਵਾਹਿਗੁਰੂ ਨੇ ਆ। ਕਿਉਂਕਿ ਜਦੋਂ ਅਸੀਂ ਮਨੁੱਖਾ ਜਨਮ ਦੇ ਵਿੱਚ ਆਏ ਹਾਂ, ਅਸੀਂ ਸ਼ਾਇਦ ਉੱਥੇ ਕੋਈ ਚੁਆਇਸ ਤਾਂ ਕੀਤੀ ਨਹੀਂ ਹੋਊਗੀ, ਨਾ ਸਾਨੂੰ ਕੋਈ ਇਹਦੀ ਸੋਝੀ ਆ ਵੀ ਅਸੀਂ ਮੰਗ ਕੇ ਲਿਆ ਵੀ ਸਾਨੂੰ ਆਹ ਜਨਮ ਦੇ ਦਿਓ। ਜਦੋਂ ਕਿ 84 ਲੱਖ ਬਾਕੀ ਜਨਮ ਵੀ ਸੀ, ਇਹ ਤਾਂ ਉਹਨੇ ਆਪਣੀ ਕਿਰਪਾ ਦੇ ਨਾਲ ਸਾਨੂੰ ਸ਼ਾਇਦ ਦੇ ਦਿੱਤਾ। ਬਿਲਕੁਲ ਜੀ, ਜਿੱਦਾਂ ਮਾਲਕ ਨੇ ਇੱਕ ਸਾਡੇ ਵਾਸਤੇ ਹੋਰ ਵੀ ਸਾਨੂੰ ਸੁਚੇਤ ਕੀਤਾ, ਦੱਸਿਆ ਹੈ, 184 ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਛੁੱਟ ਕੇ ਆਏ ਜਾਏ ਦੁੱਖ ਪਾਏਂਦਾ। 184 ਜੂਨ ਦੇ ਵਿੱਚੋਂ ਜਿਹੜੀ ਮਨੁੱਖਾ ਦੇਹੀ ਜਾਂ ਮਨੁੱਖਾ ਜੀਵਨ ਹੈ, ਇਹ ਸਭ ਤੋਂ ਸਿਰਮੌਰ ਗਿਣਿਆ ਗਿਆ ਹੈ। ਇਹਦੇ ਪਾਸ ਬੜੇ ਸੁੰਦਰ ਅੰਗ ਹਨ, ਹੱਥ ਪੈਰ ਅੱਖਾਂ ਹਨ, ਦਿਮਾਗ ਸੋਚਣ ਵਾਸਤੇ ਹੈ, ਤੇ ਆਪਣੇ ਭਲੇ ਬੁਰੇ ਦੀ ਇਸ ਨੂੰ ਪਤਾ ਹੈ, ਸੋਚ ਸਕਦਾ ਹੈ, ਉਹ ਗੁਰਮਤਿ ਅਨੁਸਾਰ ਆਪਣੇ ਇਸ ਬੁਰਾਈ ਦਾ ਉਹ ਭਲਾ ਕਰ ਸਕਦਾ ਹੈ, ਆਪਣੇ ਆਪ ਦਾ ਵੀ ਭਲਾ ਕਰ ਸਕਦਾ ਹੈ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਹੋਈ ਇੱਕ ਦਾਤ ਹੈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਬਾਰੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਹ ਪਰਮੇਸ਼ਰ ਦੇ ਵੱਲੋਂ ਸਾਨੂੰ ਇੱਕ ਸੁਗਾਤ ਮਿਲੀ ਹੈ, ਜਿਹੜਾ ਮਨੁੱਖਾ ਜੀਵਨ ਹੈ, ਮਨੁੱਖਾ ਦੇਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਸ ਨੂੰ ਵਿਅਰਥ ਵੀ ਨਹੀਂ ਗਵਾਉਣਾ ਚਾਹੀਦਾ, ਔਰ ਇਸ ਨੂੰ ਨਸ਼ੇ ਤੇ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਖਤਮ ਨਹੀਂ ਕਰਨਾ ਚਾਹੀਦਾ। ਜੋ ਤੇਰਾ ਇਸ ਜ਼ਿੰਦਗੀ ਦਾ ਮਿਸ਼ਨ ਹੈ, ਨਿਸ਼ਾਨਾ ਹੈ, ਤੂੰ ਇਸ ਦੀ ਪੂਰਤੀ ਵਾਸਤੇ ਯਤਨਸ਼ੀਲ ਹੋ। ਆਪਾਂ ਨਿਸ਼ਾਨੇ ਵਾਸਤੇ ਬਾਅਦ ਚਾਹੁੰਦੇ, ਤੁਹਾਡੇ ਕੋਲ ਨਿਸ਼ਾਨਾ ਕੀ ਆ ਮਨੁੱਖੀ ਦਾ, ਉਹਦੇ ਬਾਰੇ ਗੱਲ ਕਰਦੇ ਹਾਂ। ਪਰ ਆਪਾਂ ਡਾਕਟਰ ਸਾਹਿਬ ਦੇ ਨਾਲ ਫਿਰ ਹੋਰ ਵਿਚਾਰ ਕਰ ਰਹੇ ਹਾਂ ਕਿ ਗੁਰਬਾਣੀ ਨੇ ਇਹ ਸਪਸ਼ਟ ਸ਼ਬਦਾਂ ਵਿੱਚ ਕਿਹਾ ਵੀ ਇਹ 84 ਲੱਖ ਜੀਵਾਂ ਦਾ ਸਰਦਾਰ ਤੂੰ ਆ, ਤੇ 84 ਲੱਖ ਜੀਵਾਂ ਦੀ ਕਮਾਂਡ ਵੀ ਤੇਰੇ ਕੋਲ ਆ। ਇਹ ਜਿਹੜੀ ਤੇਰੀ ਬਾਰੀ ਆ, ਇਹਦਾ ਕੋਈ ਮਕਸਦ ਆ ਜੀ, ਬਗੈਰ ਮਕਸਦ ਤਾਂ ਨਹੀਂ ਜੀ। ਤੇ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਰਪਾ ਕਰਕੇ ਆ, ਤੇ ਇਹਦੇ ਵਾਸਤੇ ਵੀ ਕੋਈ ਸਾਇੰਸ ਜਾਂ ਜਿਹੜੇ ਸਾਡੇ ਦੂਸਰੇ ਧਰਮ ਹੈ, ਇਹਦੇ ਬਾਰੇ ਕੀ ਕਹਿੰਦੇ ਆ? ਵੇਖੋ, ਜਿਹੜੀ ਗੁਰਮਤਿ ਨੇ ਗੱਲ ਕਰ ਦਿੱਤੀ ਹੈ ਨਾ, ਜਿਹੜੀ ਮਨੁੱਖ ਦੀ ਸਰਦਾਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਜਾਨਵਰ ਹੈ, ਕਿ ਛੋਟੀ ਕੀੜੀ ਤੋਂ ਲੈ ਕੇ ਹਾਥੀ ਤੱਕ, ਉਹਨਾਂ 'ਚ ਵੀ ਚੇਤਨਤਾ ਹੈ। ਉਹ ਵੀ ਖਾਣ ਪੀਣ ਲਈ ਭੱਜ ਦੌੜ ਕਰਦੇ ਨੇ, ਉਹ ਵੀ ਬੱਚਿਆਂ ਨੂੰ ਪਾਲਦੇ ਨੇ, ਬੱਚਿਆਂ ਦੇ ਨਾਲ ਪਿਆਰ ਕਰਦੇ ਨੇ, ਜਾਂ ਫਿਰ ਜਾਨ ਬਚਾਉਣ ਲਈ ਉਹ ਸੁਰੱਖਿਅਤ ਜਗ੍ਹਾ 'ਤੇ ਵੀ ਜਾਂਦੇ ਨੇ। ਦਿਮਾਗ ਉਹਨਾਂ ਦੇ ਵਿੱਚ ਵੀ ਹੈ, ਦਿਮਾਗ ਮਨੁੱਖ ਦੇ ਵਿੱਚ ਵੀ ਹੈ, ਪਰ ਮਨੁੱਖ ਨੂੰ ਪਰਮਾਤਮਾ ਨੇ ਅਕਾਲ ਪੁਰਖ ਦੀ ਚੇਤਨਤਾ ਦਾ ਰੂਪ ਦਿੱਤਾ। ਮਨ ਨੂੰ ਜੋਤ ਸਰੂਪ ਕੀਤਾ ਪਰਮਾਤਮਾ ਨੇ, ਤੇ ਮਨ ਨੂੰ ਜੋਤ ਸਰੂਪ ਬਣਾ ਕੇ ਗੁਰੂ ਪਾਤਸ਼ਾਹ ਨੇ ਵੀ ਦੱਸਤਾ ਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ।
ਜੋਤ ਸਰੂਪ ਨੂੰ ਉਸ ਅਕਾਲ ਪੁਰਖ ਦੇ ਵਿੱਚ ਭੇਦ ਹੋਣ ਦੇ ਵਾਸਤੇ ਗੁਰੂ ਪਾਤਸ਼ਾਹ ਨੇ ਗੁਰਬਾਣੀ ਨੂੰ ਸਤ ਸਰੂਪ ਦੇ ਰੂਪ ਚ ਦੇ ਦਿੱਤਾ। ਤੇ ਜੇਕਰ ਮੁੱਖ ਤੱਤ ਦੇ ਨਾਲ, ਮੂਲ ਜੋਤ ਦੇ ਨਾਲ ਮਨ ਜੋਤ ਨੇ ਅਭੇਦ ਹੋਣਾ ਹੈ ਤਾਂ ਗੁਰਬਾਣੀ ਸਤ ਸਰੂਪ ਜਿਹੜਾ ਇੱਕ ਮੀਡੀਅਮ ਹੈ। ਤੇ ਗੁਰੂ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ ਹੈ ਕਿ ਤੈਨੂੰ ਮਨ ਦੇ ਦਿੱਤਾ, ਦਿਮਾਗ ਦੇ ਦਿੱਤਾ, ਬਾਣੀ ਦੇ ਦਿੱਤੀ, ਇਹਦੇ ਬਾਵਜੂਦ ਵੀ ਜੇਕਰ ਮਨੁੱਖ ਉਸ ਅਭੇਦਤਾ ਦੇ ਨਿਸ਼ਾਨੇ ਵੱਲ ਨਹੀਂ ਵੱਧਦਾ, ਫਿਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ। ਪਰ ਇਹ ਗੱਲ ਠੀਕ ਹੈ ਕਿ ਮਨੁੱਖ ਨੂੰ ਚੇਤਨਤਾ ਬਖਸ਼ੀ ਹੈ ਉਹਨਾਂ ਸਾਰੀਆਂ 84 ਲੱਖ ਜੂਨਾਂ ਤੇ ਸਰਦਾਰੀ ਦੀ। ਕਿਉਂਕਿ ਮਨੁੱਖ ਨੂੰ ਪਰਮਾਤਮਾ ਦੇ ਨਾਲ ਅਭੇਦ ਹੋਣ ਦੀ ਜਿਹੜੀ ਹੈ ਪਰਮ ਚੇਤਨਤਾ ਜਿਹੜੀ ਹੈ ਉਹ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਜਿਸ ਕਰਕੇ ਸਾਰੀਆਂ ਜੂਨਾਂ ਤੇ ਮਨੁੱਖ ਦੀ ਜਿਹੜੀ ਹੈ ਉਹ ਸਰਦਾਰੀ ਹੈ। ਭਾਵੇਂ ਕਿ ਜਿਹੜੀਆਂ ਦੂਜੀਆਂ ਜੂਨਾਂ ਨੇ ਇਹ ਚੇਤਨਤਾ ਬਹੁਤ ਹੈ। ਹੁਣ ਗੁਰਬਾਣੀ ਖੁਦ ਕਹਿੰਦੀ ਹੈ ਕਿ ਮਰਕਟ ਮੁਸਟੀ ਅਨਾਜ ਕੀ ਮਨ ਬੋਰਾ ਰੇ, ਲੀਨੀ ਹੱਥ ਪਸਾਰ ਛੂਟਨ ਕੋ ਸਹਸਾ ਪਰਿਓ, ਮਨ ਬੋਰਾ ਰੇ ਨਾਚਿਓ ਘਰ ਘਰ ਘਰੋ ਘਰ ਬਾਰ, ਜਾਂ ਕਾਲਬੂਤ ਕੀ ਹਸਤਨੀ ਮਨ ਬੋਰਾ ਰੇ ਚਲਤ ਰਚਿਓ ਜਗਦੀਸ਼, ਕਾਮ ਸੁਆਓ ਗਜ ਬਸ ਪਰੇ ਮਨ ਬੋਰਾ ਰੇ ਅੰਕਸ ਸਹਿਓ ਸੀਸ। ਪਰ ਮਨੁੱਖ ਨੂੰ ਪਰਮਾਤਮਾ ਨੇ ਸੋਝੀ ਦੇ ਦਿੱਤੀ ਹੈ ਕਿ ਜੇਕਰ ਤੂੰ ਉਹਦੇ ਲੜ ਲੱਗ ਜਾਵੇਂ ਤਾਂ ਇਹਨਾਂ ਅਲਾਮਤਾਂ ਤੋਂ ਬਚ ਸਕਦਾ। ਇਹ ਹੁਣ ਮਨੁੱਖ ਨੇ ਸੋਚਣਾ ਹੈ ਕਿ ਕਿਹੜਾ ਰਾਹ ਜਿਹੜਾ ਇਖਤਿਆਰ ਕਰਨਾ ਹੈ, ਉਹ ਰਾਹ ਮਨਮਤ ਦੇ ਜਾਣਾ ਹੈ ਤੇ ਜਾਂ ਗੁਰੂ ਦੇ ਲੜ ਲੱਗ ਕੇ ਗੁਰਮਤਿ ਦਾ ਰਸਤੇ ਤੇ ਤਾਰ ਲੈਣਾ। ਪਰ ਇਹਦੇ ਮੇਰਾ ਸਵਾਲ ਇਹ ਸੀ ਡਾਕਟਰ ਸਾਹਿਬ ਵੀ ਇਹਦੇ ਬਾਰੇ, ਇਸ ਚੇਤਨਾ ਦੇ ਬਾਰੇ ਜੀ, ਜਿਹੜੀ ਚੇਤਨਾ ਮਨੁੱਖ ਨੂੰ ਦਿੱਤੀ ਹੈ ਗਿਫਟ ਦੇ ਵਿੱਚ ਜੀ, ਅਕਾਲ ਪੁਰਖ ਵਾਹਿਗੁਰੂ ਜੀ, ਤੇ ਬਾਕੀ ਜੀਵਾਂ ਕੋਲ ਵੀ ਹੈਗੀ, ਪਰ ਉਸ ਤਰੀਕੇ ਦੀ ਜਿਹੜਾ ਤਾਂ ਸਵਾਲ ਸੀ ਵਿਗਿਆਨ ਮੰਨਦੀ ਹੈ। ਵਿਗਿਆਨ ਕੀ ਕਹਿੰਦੀ ਹੈ? ਵਿਗਿਆਨ ਮੰਨਦੀ ਹੈ ਕਿ ਮਨੁੱਖ ਦੇ ਕੋਲ ਜਿਹੜੀ ਸੋਚਣ ਦੀ ਸ਼ਕਤੀ ਹੈ ਉਹ ਬਾਕੀ ਜੀਵਾਂ ਤੋਂ ਬਹੁਤ ਜ਼ਿਆਦਾ। ਪਰ ਉਹ ਇਹ ਨਹੀਂ ਮੰਨਦੀ ਕਿ ਇਹ ਦਿੱਤੀ ਕਿਨੇ ਆ ਤੇ ਕਿੰਨੀ ਡਿਵਾਈਡ ਕਿਹੜੇ ਤਰੀਕੇ ਨਾਲ। ਦੇਖੋ, ਜਦੋਂ ਵਿਗਿਆਨ ਇਹ ਗੱਲ ਕਹਿ ਦਿੰਦੀ ਹੈ ਕਿ ਕੁਦਰਤ ਨੇ ਦਿੱਤੀ ਹੈ, ਮੈਂ ਕਹਿੰਦੀ ਆ ਮਤਲਬ ਕਿਤੇ ਮੰਨਦੀ, ਕਿਉਂਕਿ ਕਈ ਵਾਰ ਮੈਂ ਸਵਾਲ ਇਸ ਕਰਕੇ ਕੀਤਾ ਕਿ ਕਈ ਵਾਰੀ ਜਦੋਂ ਅਸੀਂ ਆਮ ਵਿਚਾਰ ਕਰਦੇ ਬੰਦਿਆਂ ਨੂੰ, ਉਹ ਕਹਿੰਦੇ ਜਿਹੜੇ ਵਿਗਿਆਨੀ ਆ ਤਾਂ ਰੱਬ ਨੂੰ ਮੰਨਦੇ ਹੀ ਨਹੀਂ। ਨਹੀਂ, ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ। ਵਿਗਿਆਨ ਵੀ ਪਰਮਾਤਮਾ ਦੀ ਉਸ ਜਿਹਨੂੰ ਕਹਿੰਦੇ ਆ ਕਿ ਪਰਮ ਤੱਤ ਜਾਂ ਮੂਲ ਰੂਪ ਦੇ ਜਿਹੜੀ ਮੂਲ ਸ਼ਕਤੀ ਆ ਉਹਦੇ ਤੇ ਹੈ। ਜਦੋਂ ਕੁਦਰਤ ਦੀ ਗੱਲ ਵੀ ਕਰਦੇ ਨੇ ਕਿ ਇਹ ਕੁਦਰਤੀ ਤੌਰ ਤੇ ਮਨੁੱਖ ਨੂੰ ਇਹ ਸੋਝੀ ਮਿਲੀ ਹੈ, ਤਾਂ ਗੁਰਬਾਣੀ ਤੇ ਵੀ ਤੇ ਕਹਿੰਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਪੈਦਾ ਕਰਨ ਵਾਲਾ ਕੌਣ ਹੈ? ਸੋ ਜੇ ਵਿਗਿਆਨ ਕੁਦਰਤ ਦੀ ਜਾਂ ਨੇਚਰ ਦੀ ਗੱਲ ਕਰਦੀ ਆ ਤਾਂ ਉਹਨੂੰ ਵੀ ਪੈਦਾ ਕਰਨ ਵਾਲਾ ਉਹੀ ਪਰਮ ਤੱਤ ਪਰਮਾਤਮਾ। ਦੇਖੋ, ਗੱਲ ਜਿੱਧਰ ਦੀ ਮਰਜ਼ੀ ਮੋੜ ਘੇਰ ਕੇ ਲੈ ਆਈਏ, ਕਿਉਂਕਿ ਜਿੰਨੇ ਵੀ ਵਿਗਿਆਨੀ ਕਿੰਨਾ ਵੀ ਸੂਝਵਾਨ ਹੋ ਜਾਏ, ਕਿੰਨੇ ਵੀ ਹਸਤੀ ਤੇ ਪਹੁੰਚ ਜਾਵੇ, ਅਕਸਰ ਉਹਦੇ ਪਿੱਛੇ ਲਾਇਆ ਸੀ ਉਦੋਂ ਨਹੀਂ ਕਰਨਾ। ਬਿਲਕੁਲ ਜੀ, ਕਿਉਂਕਿ ਉਹਦੇ ਹੁਕਮ ਤੋਂ ਬਗੈਰ ਪਤਾ ਨਹੀਂ ਹਿਲਦਾ। ਤੇ ਬਹੁਤ ਸਾਰੇ ਵੀਰ ਦੇਖਿਆ ਜਿਹੜੇ ਭਾਵੇਂ ਉਹ ਗਲਤ ਪਾਸੇ ਜਾ ਰਹੇ ਹੋਣ, ਉਹ ਗਲਤੀ ਨੂੰ ਤਸਲੀਮ ਕਰਨ ਦੀ ਬਜਾਏ ਇਹ ਕਹਿਣੇ ਵੀ ਗੁਰਬਾਣੀ ਇਹ ਕਹਿੰਦੀ ਆ ਵੀ ਉਹਦੇ ਹੁਕਮ ਤੋਂ ਬਗੈਰ ਪਤਾ ਨਹੀਂ ਹਿਲਦਾ, ਤੇ ਮੈਂ ਇਹਦੇ ਵਿੱਚ ਕੀ ਕਰ ਸਕਦਾ। ਵੇਖੋ ਜੀ, ਤੁਸੀਂ ਕਿਦਾਂ ਆਪਾਂ ਕਿਉਂਕਿ ਆਪਾਂ ਆਪਣੇ ਭਰਾਵਾਂ ਨਾਲ ਜਦੋਂ ਵੀ ਅਸੀਂ ਕੋਈ ਗੱਲ ਕਰ ਰਹੇ ਹੁੰਦੇ ਆ ਤਾਂ ਸਾਡਾ ਅਕਸਰ ਐਕਸਕਿਊਜ਼ ਇਹੀ ਹੁੰਦਾ ਕਿ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ। ਪਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਉਸ ਹੁਕਮ ਦੇ ਵਿੱਚ ਉਸ ਅਕਾਲ ਪੁਰਖ ਬੇਅੰਤ ਪਰਮਾਤਮਾ ਨੇ ਮਨੁੱਖ ਨੂੰ ਸੋਚਣ ਦੀ ਸੋਝੀ ਦੇ ਦਿੱਤੀ ਹੈ। ਉਹ ਜਿਹੜੀ ਸੋਚਣ ਦੀ ਚੇਤਨਤਾ ਹੈ ਉਹ ਮਨੁੱਖ ਨੂੰ ਗੁਰਮਤ ਜਿਹੜੀ ਵਿਚਾਰਧਾਰਾ ਉਹਦੇ ਅਨੁਸਾਰ ਅਕਾਲ ਪੁਰਖ ਨੇ ਦਿੱਤੀ ਹੈ, ਸਾਰੇ ਅਸੀਂ ਮੰਨਦੇ ਹਾਂ। ਪਰ ਉਸ ਸੋਚ ਦੀ ਮਨੁੱਖ ਜੇ ਫਿਰ ਵੀ ਸਹੀ ਤੇ ਸਾਰਥਕ ਵਰਤੋਂ ਨਹੀਂ ਕਰਦਾ, ਫਿਰ ਦੋਸ਼ੀ ਮਨੁੱਖ ਹੈ। ਪਰ ਅਸੀਂ ਆ ਜਾ ਕੇ ਗਲਤ ਕੰਮ ਕਰਦੇ ਹੋਏ ਉਸ ਚੀਜ਼ ਦਾ ਆਸਰਾ ਲੈ ਲੈਂਦੇ ਹਾਂ ਕਿ ਨਹੀਂ ਪਰਮਾਤਮਾ ਕਰਵਾ ਰਿਹਾ। ਨਹੀਂ, ਪਰਮਾਤਮਾ ਇਸ ਕਰਕੇ ਨਹੀਂ ਕਰਾ ਰਿਹਾ ਕਿ ਪਰਮਾਤਮਾ ਨੇ ਤੁਹਾਨੂੰ ਦੋਵੇਂ ਮਾਰਗ ਚੁਣਨ ਦੇ ਵਾਸਤੇ ਮਾਨਸਿਕਤਾ ਦੇ ਵਿੱਚ ਦਿਮਾਗ ਦੇ ਦਿੱਤਾ। ਤੁਹਾਨੂੰ ਸੋਚਣ ਦੀ ਜਿਹੜੀ ਬੁੱਧੀ ਹੈ ਉਹ ਸਭ ਤੋਂ ਸ੍ਰੇਸ਼ਟ ਮਨੁੱਖ ਨੂੰ ਦਿੱਤੀ ਹੈ। ਜਿੱਥੋਂ ਤੱਕ ਕੋਲ ਦੀ ਗੱਲ ਹੈ, ਭਾਈ ਸਾਹਿਬ ਦੀ ਬਿਲਕੁਲ ਠੀਕ ਹੈ। ਗੁਰਮਤਿ ਦੇ ਵਿੱਚ ਇੱਕ ਬੜਾ ਵੱਡਾ ਸਿਧਾਂਤ ਹੈ, ਇਹ ਕਰ ਕਰੇ ਸੋ ਇਹ ਕਰ ਪਾਏ। ਜੋ ਅਸੀਂ ਕਰ ਰਹੇ ਹਾਂ ਉਹ ਸਾਡੇ ਤੱਕ ਹੈ। ਪਰ ਇੱਕ ਗੱਲ ਹੈ ਕਿ ਜੇਕਰ ਸਾਡਾ ਜੀਵਨ ਚੱਜ, ਆਚਾਰ, ਸਾਰਥਿਕਤਾ, ਜੀਵਨ ਜਾਚ, ਗੁਰਬਾਣੀ ਮਰਿਆਦਾ ਔਰ ਇਮਾਨਦਾਰੀ ਦੇ ਨਾਲ ਭਰਪੂਰ ਹੈ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਅਸਰ ਜ਼ਰੂਰ ਪੈਂਦਾ ਹੈ। ਇਸ ਚੀਜ਼ ਦਾ ਜ਼ਰੂਰ ਅਸਰ ਪੈਂਦਾ ਹੈ। ਮਿਸਾਲ ਦੇ ਤੌਰ ਤੇ ਕੁਝ ਸਮੇਂ ਪਹਿਲਾਂ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਇੱਕ ਰਿਪੋਰਟ ਸੀਗੀ। ਉਹ ਰਿਪੋਰਟ ਸੀਗੀ ਕਿ ਤੰਬਾਕੂ ਪੀਣ ਵਾਲੀ ਜਿਹੜੀ ਔਰਤ ਹੈ ਉਹ ਜਿੰਨੀ ਮਾਤਰਾ ਦੇ ਵਿੱਚ ਤੰਬਾਕੂ ਪੀ ਰਹੀ ਹੈ ਤੇ ਉਹਦੀ ਪੇਟ 'ਚ ਜਿਹੜਾ ਬੱਚਾ ਪਲ ਰਿਹਾ ਉਨੀ ਮਾਤਰਾ ਦੇ ਵਿੱਚ ਹੀ ਤੰਬਾਕੂ ਦੇ ਜਿਹੜੇ ਜ਼ਹਿਰੀਲੇ ਅੰਸ਼ ਨੇ ਉਹਦੇ ਪੇਟ 'ਚ ਜਾ ਰਹੇ ਨੇ, ਜਦੋਂ ਕਿ ਬਾਕੀ ਨਸ਼ਿਆਂ ਦੇ ਨਹੀਂ ਜਾਂਦੇ। ਸ਼ਰਾਬ ਦੀ ਮਾਤਰਾ ਮਾਂ ਦੇ ਪੇਟ 'ਚੋਂ ਬੱਚੇ 'ਚ ਬਹੁਤ ਘੱਟ ਜਾਂਦੀ ਹੈ। ਕੁਝ ਹੋਰ ਵੀ ਰਸਾਇਣ ਐਸੇ ਨੇ ਜਿਹੜੇ ਘੱਟ ਜਾਂਦੇ ਨੇ, ਪਰ ਇੱਕ ਤੰਬਾਕੂ ਇੰਨੀ ਮਾੜੀ ਚੀਜ਼ ਹੈ ਜਿਹਦੇ ਬਾਰੇ ਉਹਨਾਂ ਨੇ ਕਿਹਾ ਕਿ ਇਹ ਪਲਸੈਂਟਲ ਬੈਰੀਅਰ,
ਪਾਰ ਕਰਦਾ ਹੈ, ਕ੍ਰਾਸ ਕਰਦਾ ਹੈ ਕਿ ਜਿੰਨਾ ਮਾਂ ਪੀ ਰਹੀ ਹੈ, ਜਿੰਨੇ ਉਹਦੇ ਖੂਨ 'ਚ ਜ਼ਹਿਰੀਲੇ ਤੱਤ ਜਾ ਰਹੇ ਨੇ, ਬੱਚੇ 'ਚ ਉਹਨੇ ਜਾ ਰਹੇ। ਦਸਮ ਪਾਤਸ਼ਾਹ ਦੇ ਸਮੇਂ ਤੋਂ ਬਾਅਦ ਸਿੱਖਾਂ ਦੇ ਰਹਿਤਨਾਮੇ, ਇੱਕ ਰਹਿਤਨਾਮੇ ਦੇ ਸ਼ਬਦ ਨੇ, ਮਦਰਾ ਦੋਇ ਥਾ ਏਕ ਕੁਲ, ਭਾਂਗ ਦਹੇ ਤਨ ਏਕ, ਜਗਤ ਝੂਠ ਸਤ ਕੁਲ ਦਹੇ, ਨਿੰਦਾ ਦਹੇ ਅਨੇਕ। ਕਿ ਜਿਹੜਾ ਜਗਤ ਝੂਠ ਹੈ ਉਹਦਾ ਜਿਹੜਾ ਅਸਰ ਹੈ ਸਤ ਕੁਲ ਦਹੇ, ਕੁੱਲਾਂ 'ਚ ਜਾਂਦਾ ਹੈ। ਜਦ ਇਹ ਜਿਹੜੀ ਤਮਾਕੂ ਦੇ ਬਾਰੇ ਕਿਹਾ, ਤਮਾਕੂ ਦੇ ਬਾਰੇ ਜਗਤ ਝੂਠ ਸਤ ਕੁਲ ਦਹੇ। ਵੇਖੋ ਵਿਗਿਆਨ ਅੱਜ ਖੋਜ ਕਰ ਰਹੀ ਹੈ ਤੇ ਗੁਰੂ ਪਾਤਸ਼ਾਹ ਦੇ ਜਿਹੜੇ ਬਖਸ਼ਿਸ਼ ਤੇ ਪਾਤਰ ਸਿੰਘ ਨੇ 300 ਸਾਲ ਪਹਿਲਾਂ ਇਹ ਗੱਲ ਕਰ ਰਹੇ ਨੇ ਵੀ ਤਮਾਕੂ ਦਾ ਅਸਰ ਕੁੱਲ 'ਚ ਜਾਂਦਾ ਹੈ। ਜਗਤ ਝੂਠ ਸਤ ਕੁਲ ਦਹੇ, ਕਿ ਮਾਂ ਤੋਂ ਬੱਚੇ 'ਚ ਆਇਆ, ਜਿਹੜੇ ਬੱਚੇ ਦੇ ਖੂਨ 'ਚ ਆ ਗਿਆ, ਉਹ ਤੋਂ ਅਗਲੇ ਬੱਚੇ 'ਚ ਚਲਾ ਗਿਆ, ਤੋਂ ਅਗਲੇ 'ਚ ਚਲਾ ਗਿਆ। ਫਿਰ ਜਗਤ ਝੂਠ ਸ਼ਬਦ ਵਾਹਿਦ ਦੁਨੀਆ ਦੇ ਵਿੱਚ ਇੱਕ ਸਿੱਖ ਧਰਮ ਹੈ ਜਿਹਦੇ ਗੁਰੂ ਪਾਤਸ਼ਾਹ ਦੇ ਸਮੇਂ ਦੇ ਹੁਕਮਨਾਮੇ ਦੇ ਵਿੱਚ ਤਮਾਕੂ ਦੇ ਵਾਸਤੇ ਜਗਤ ਝੂਠ ਸ਼ਬਦ ਵਰਤਿਆ ਗਿਆ। ਤੇ ਅੱਜ ਤੁਸੀਂ ਕਿਤੇ ਵੀ ਸਿਗਰਟ ਦੀ ਡੱਬੀ ਪਈ ਵੇਖੋ ਕਿਸੇ ਤੇ ਉੱਤੇ ਲਿਖਿਆ ਹੁੰਦਾ ਕਿ ਤਮਾਕੂ ਹਾਨੀਕਾਰਕ ਹੈ, ਤੁਹਾਡੇ ਵਾਸਤੇ ਨਹੀਂ ਦੂਸਰਿਆਂ ਵਾਸਤੇ ਵੀ। ਕਿਉਂਕਿ ਅੱਜ ਵਿਗਿਆਨ ਨੇ ਸਿੱਧ ਕੀਤਾ ਕਿ ਤਮਾਕੂ ਦੇ ਐਕਟਿਵ ਤੇ ਪੈਸਿਵ ਸਮੋਕਰ ਨੇ। ਜਿਹੜਾ ਇੱਕ ਮਨੁੱਖ ਪੀ ਰਿਹਾ ਜਿੰਨਾ ਉਹਦੇ ਸਰੀਰ ਨੂੰ ਨੁਕਸਾਨ ਹੈ, ਜੇ ਮੈਂ ਮਾਫ ਕਰਨਾ ਇੱਕ ਗੱਲ, ਜੇ ਮੈਂ ਉਦਾਹਰਨ ਵਜੋਂ ਸਾਂਝੀ ਕਰਾਂ, ਮੈਂ ਤਮਾਕੂ ਪੀ ਰਿਹਾ ਤੇ ਜਿੰਨਾ ਮੇਰੇ ਸਰੀਰ ਨੂੰ ਨੁਕਸਾਨ ਹੈ, ਤੇ ਜਦੋਂ ਮੈਂ ਉਹਦੀ ਹਵਾ ਬਾਹਰ ਛੱਡਦਾ ਤੇ ਤੁਸੀਂ ਮੇਰੇ ਲਾਗੇ ਬੈਠੇ ਹੋ ਤੇ ਤੁਹਾਨੂੰ ਵੀ ਬਰਾਬਰ ਦਾ ਨੁਕਸਾਨ ਹੈ। ਤੇ ਗੁਰੂ ਪਾਤਸ਼ਾਹ ਨੇ ਪਹਿਲਾਂ ਦੱਸਤਾ ਵੀ ਨਹੀਂ, ਵਰਤਦਾ ਇੱਕ ਮਨੁੱਖ ਹੈ, ਝੂਠਾ ਜਗਤ ਨੂੰ ਕਰਦਾ। ਤੇ ਜਗਤ ਝੂਠ ਸ਼ਬਦ ਜਿਹੜਾ ਵਿਗਿਆਨ ਨੇ ਐਕਟਿਵ ਪੈਸਿਵ ਸਮੋਕਰ ਦੀ ਗੱਲ ਅੱਜ ਕੀਤੀ ਹੈ ਤੇ ਗੁਰੂ ਪਾਤਸ਼ਾਹ ਨੇ ਆਪਣੇ ਹੁਕਮਨਾਮੇ 'ਚ 300 ਸਾਲ ਪਹਿਲਾਂ ਕੀਤੀ ਹੈ ਕਿ ਜਗਤ ਝੂਠ ਹੈ ਤਮਾਕੂ ਦੇ ਵਾਸਤੇ। ਜਗਤ ਝੂਠ, ਤਮਾਕੂ ਨਾ ਸੇਵ। ਸੋ ਬੁਰੀ ਗੱਲ ਦਾ ਅਸਰ ਵੀ ਕੁੱਲ 'ਚ ਜਾਂਦਾ ਹੈ ਤੇ ਚੰਗੇ ਵਿਚਾਰਾਂ ਦਾ ਅਸਰ ਵੀ ਕੁੱਲ 'ਚ ਜਾਂਦਾ ਹੈ। ਮੈਂ ਇੱਕ ਇਸ ਨੂੰ ਹੋਰ ਥੋੜਾ ਅੱਗੇ ਵਧਾਉਣਾ ਚਾਹੁੰਦਾ ਹਾਂ। ਜਿਹੜਾ ਆਪਣਾ ਥੋੜਾ ਪਹਿਲਾਂ ਵਿਸ਼ਾ ਚੱਲਿਆ ਸੀਗਾ ਭਈ ਕੀ ਪਰਮੇਸ਼ਰ ਹੀ ਸਭ ਕੁਝ ਕਰਾਉਂਦਾ ਹੈ। ਮੇਰੇ ਸਤਿਗੁਰੂ ਜੀ ਦੇ ਬੜੇ ਪਿਆਰੇ ਬਚਨ ਆਉਂਦੇ ਹਨ, ਹਨਾ, ਭਈ ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਈ ਸੀ। ਮਤਾਂ ਕਿ ਇੱਕ ਸਮਝ ਲਵੇ ਕਿ ਮੈਨੂੰ ਇੱਥੇ ਮਾੜੇ ਕਰਮ ਕਰਕੇ ਅੱਗੇ ਜਗ੍ਹਾ ਦੇ ਰੱਬੀ ਦਰਗਾਹ ਦੇ ਵਿੱਚ ਕੋਈ ਚੰਗੀ ਜਗ੍ਹਾ। ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਜਿਹੋ ਜਿਹੇ ਕੋਈ ਮਨੁੱਖ ਕਰਮ ਕਰਦਾ ਹੈ ਉਹ ਜਿਹਾ ਹੀ ਉਹ ਉਸਦਾ ਸੁਭਾਅ ਬਣਦਾ ਹੈ, ਉਹੋ ਜਿਹੀ ਉਹਦੇ ਜਿਹੜੇ ਇਹ ਕਰਮ ਲਿਖੇ ਜਾਂਦੇ ਹਨ। ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। ਮਤਾ ਕੋਈ ਇਹ ਗੱਲ ਸਮਝ ਲਵੇ ਕਿ ਮੈਂ ਇੱਥੇ ਬੁਰਿਆਈ ਕਰਕੇ ਰੱਬੀ ਦਰਗਾਹ ਦੇ ਵਿੱਚ ਮਾਨ ਤੇ ਸਤਿਕਾਰ ਪ੍ਰਾਪਤ ਕਰ ਲਵਾਂਗਾ, ਨਹੀਂ। ਪਰ ਇੱਕ ਗੱਲ ਇੱਥੇ ਰੱਬ ਨੂੰ ਦੋਸ਼ ਨਹੀਂ ਦਿੱਤਾ। ਜਿੱਦਾਂ ਪਹਿਲਾਂ ਇੱਕ ਮੈਂ ਹੋਰ ਜਿੱਦਾਂ ਡਾਕਟਰ ਸਾਹਿਬ ਨੇ ਪਹਿਲਾਂ ਇੱਕ ਮਨ ਜਾਣਤ ਸੀ ਸਭ ਬਾਤ, ਜਾਣਤ ਹੀ ਔਗਣ ਕਰੇ ਹਾਥ ਦੀਪ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਹੱਥ ਦੇ ਉੱਤੇ ਦੀਪ ਜਗਦਾ ਹੈ, ਅੱਖਾਂ ਸਾਡੀਆਂ ਕਾਇਮ ਹਨ। ਅਸੀਂ ਜਾਣ ਕੇ ਖੂਹ ਦੇ ਵਿੱਚ ਡਿੱਗ ਪਈਏ ਜਾਂ ਕਿਸੇ ਟੋਏ ਦੇ ਵਿੱਚ ਡਿੱਗ ਪਈਏ, ਉਹ ਸਾਡੀ ਗਲਤੀ ਹੈ, ਨਾ ਕਿ ਰੱਬ ਦੀ ਗਲਤੀ ਹੈ। ਆਪਾਂ ਇਸ ਵਿਸ਼ੇ ਤੇ ਦੁਬਾਰਾ ਫੇਰ ਗੱਲ ਕਰਦੇ ਹਾਂ। ਪਰ ਇੱਕ ਗੱਲ ਜਿਹੜੀ ਡਾਕਟਰ ਸਾਹਿਬ ਨੇ ਮੈਨੂੰ ਕਹੀ ਆ ਨਾ, ਸੁਣੀ ਤਾਂ ਮੈਂ ਕਥਾ ਦੇ ਵਿੱਚ ਅੱਗੇ ਬਹੁਤ ਵਾਰੀ ਆ, ਪਰ ਅੱਜ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਉਹਨੂੰ ਹੋਰ ਥੋੜ੍ਹੀ ਡੂੰਘਾਈ ਤੱਕ ਵਿਚਾਰਾਂਗੇ। ਕਿਉਂਕਿ ਜਗਤ ਝੂਠ ਦੀ ਜਿਹੜੀ ਗੱਲ ਗੁਰੂ ਸਾਹਿਬਾਂ ਨੇ ਰਹਿਤਨਾਮੇ ਦੇ ਵਿੱਚ ਲਿਖ ਕੇ ਕਹੀ, ਪਹਿਲੀ ਗੱਲ ਤਾਂ ਜਗਤ ਝੂਠ ਤਮਾਕੂ ਨੂੰ ਕਿਹਾ ਗਿਆ। ਜਿਹੜੇ ਮੇਰੇ ਵੀਰ ਚਾਹੇ ਉਹ ਕਿਸੇ ਧਰਮ ਨਾਲ ਵੀ ਸੰਬੰਧ ਹੋਣ, ਇਹਦਾ ਸਿਮਰਨ ਕਰਦੇ ਆ, ਜਾਂ ਇਹਨੂੰ ਵਰਤਦੇ ਆ ਜਾਂ ਪੀਂਦੇ ਆ ਜਾਂ ਕਿਹੜੇ ਜਾਂ ਉਹ ਕੋਈ ਵੀ ਕਰਦੇ, ਚਾਹੇ ਬੀਬੀਆਂ ਦੇ ਰੂਪ 'ਚ ਬੰਦੇ ਵਿੱਚ। ਅੱਜ ਤਾਂ ਸਿੱਖ ਧਰਮ ਦੇ ਵਿੱਚ ਸਿੱਖ ਹੋਣ ਵਾਲੇ ਬੰਦੇ ਜਿਨ੍ਹਾਂ ਦੇ ਨਾਂ ਦੇ ਨਾਲ ਵੀ ਸਿੰਘ ਲੱਗਦਾ ਤੇ ਹੱਥ 'ਚ ਕੜਾ ਵੀ ਪਾਇਆ ਹੁੰਦਾ ਆ, ਉਹ ਵੀ ਸੇਟਾ ਪੀਂਦੇ ਦੇਖੇ ਗਏ ਆ। ਬਾਕੀਆਂ ਤਾਂ ਗੱਲ ਇੱਕ ਪਾਸੇ ਛੱਡ ਦਿਓ। ਤੇ ਗੁਰੂ ਸਾਹਿਬ ਨੇ ਜਗਤ ਝੂਠ ਦੀ ਗੱਲ ਕੀਤੀ ਆ। ਦੁਨੀਆ ਦੇ ਤੇ ਹਜ਼ਾਰਾਂ ਕਰੋੜਾਂ ਨਸ਼ੇ ਆ, ਪਰ ਸਭ ਤੋਂ ਭੈੜਾ ਇਸ ਨਸ਼ੇ ਨੂੰ ਗਿਣਿਆ ਗਿਆ ਕਿਉਂਕਿ ਉਹ ਆਪ ਤਾਂ ਜਿਹੜਾ ਮਰ ਰਿਹਾ ਨਸ਼ਾ ਕਰਕੇ, ਉਹ ਨਾਲ ਦੇ ਨੂੰ ਵੀ ਨਸ਼ਾ ਦੇ ਰਿਹਾ। ਬਿਲਕੁਲ ਜੀ। ਔਰ ਜੇ ਉਹਦਾ ਵੀ ਭਾਗੀ ਉਹ ਆਪ ਬਣ ਰਿਹਾ। ਔਰ ਬਿਲਕੁਲ, ਔਰ ਕਈ ਵਾਰੀ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਤਾਂ ਅਕਸਰ ਜਿਹੜਾ ਮਨੁੱਖ ਵਰਤੋਂ ਕਰ ਰਿਹਾ ਹੁੰਦਾ ਉਹ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਤਮਾਕੂ ਸ਼ਬਦ ਨਹੀਂ ਹੈ, ਜਾਂ ਜਗਤ ਝੂਠ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਸ਼ਾਇਦ ਅਸੀਂ ਜਦੋਂ ਕਈ ਵੀ ਕਿਸੇ ਚੀਜ਼ ਦੇ ਪਿਛੋਕੜ ਬਾਰੇ ਨਹੀਂ ਜਾਣਦੇ ਤਾਂ ਗੱਲ ਫਿਰ ਜਿਹੜੀ ਤੁਸੀਂ ਕੀਤੀ ਸੀ ਨਾ ਕਿ ਅਸੀਂ ਆਪਣੇ ਦੋਸ਼ ਨੂੰ ਢੱਕਣ ਦੇ ਵਾਸਤੇ ਦੋਸ਼ ਗੁਰੂ ਤੇ ਦੇ ਦਿੰਦੇ। ਜਿਹੜਾ ਤਮਾਕੂ ਹੈ ਹਿੰਦੁਸਤਾਨ ਦੇ ਵਿੱਚ ਜਹਾਂਗੀਰ ਦੇ ਇਲਾਜ ਦੇ ਵਾਸਤੇ ਡਾਕਟਰ ਹਾਕਿੰਸ ਲੈ ਕੇ ਆਏ ਨੇ 1611 ਦੇ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸੰਪਾਦਨਾ 1606 ਚ ਹੋ ਗਈ। ਤਮਾਕੂ 5 ਸਾਲ ਬਾਅਦ ਚ ਆਉਂਦਾ। ਹੁਣ ਦੂਜਾ ਸਾਨੂੰ ਫਿਰ ਕਰਨਗੇ
ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਉਂਦਾ, ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੀਆਂ ਜਮ ਪਕੜ ਚਲਾਈਆਂ। ਵੀ ਉਹ ਫਿਰ ਬੀੜੀਆਂ ਕਾਹਦੀਆਂ ਸੀ? ਉਹਨਾਂ ਸਮਿਆਂ 'ਚ ਬੀੜੀਆਂ, ਉਹਨਾਂ 'ਚ ਤੰਬਾਕੂ ਨਹੀਂ ਸੀ, 3 ਦੁੱਲ ਪੈਂਦਾ ਸੀ। ਪਰ ਤੰਬਾਕੂ ਵਾਲੀ ਜਿਹੜੀ ਬੀੜੀ 1611 ਤੋਂ ਬਾਅਦ 'ਚ ਸ਼ੁਰੂ ਹੋਈ। ਉਸ ਤੋਂ ਬਾਅਦ ਮਾਲਵੇ ਦੇ ਸਿੱਖਾਂ ਨੇ, ਮਾਲਵੇ ਦੇ ਜਿਹੜੇ ਕਹਿ ਸਕਦੇ ਕਿਸਾਨ ਜਿਹੜੇ ਸੀਗੇ, ਉਹਨਾਂ ਨੇ ਇਹਦੀ ਖੇਤੀ ਸ਼ੁਰੂ ਕਰ ਲਈ। ਤੇ ਫਿਰ 9ਵੇਂ ਪਾਤਸ਼ਾਹ ਦਾ ਇੱਕ ਹੁਕਮਨਾਮਾ ਮਿਲਦਾ ਹੈ ਕਿ ਜਿਹੜੇ ਸਿੱਖ ਗੁਰੂ ਨੂੰ ਮੰਨਣ ਵਾਲੇ ਨੇ ਉਹ ਇਹਦੀ ਖੇਤੀ ਵੀ ਨਾ ਕਰਨ, ਵਰਤੋਂ ਤਾਂ ਕਿਤੇ ਰਹੀ, ਇਹਦੀ ਖੇਤੀ ਵੀ ਨਾ ਕਰਨ। ਤੇ 1611 ਤੋਂ ਬਾਅਦ ਜਦੋਂ ਜਹਾਂਗੀਰ ਨੂੰ ਪਤਾ ਲੱਗਾ ਕਿ ਜਿਹੜੀ ਮੈਨੂੰ ਇਹ ਤੰਬਾਕੂ ਨਾਂ ਦੀ ਬੂਟੀ ਦਵਾਈ ਦੇ ਤੌਰ ਤੇ ਦਿੱਤੀ ਜਾ ਰਹੀ ਹੈ, ਇਹ ਇੰਨੀ ਹਾਨੀਕਾਰਕ ਹੈ, ਤਾਂ ਉਹ ਜਹਾਂਗੀਰ ਨੇ ਖੁਲਾਸਤੁਲ ਤਵਾਰੀਖ, ਉਹਦੀ ਆਪਣੀ ਜਿਹੜੀ ਉਸ ਸਮੇਂ ਦੀ ਕਿਤਾਬ ਆ ਫਾਰਸੀ ਦੀ ਰਚਨਾ, ਉਹਦੇ ਮੁਤਾਬਕ ਉਹਨੇ ਹੁਕਮ ਦੇ ਦਿੱਤਾ ਕਿ ਜੇ ਕੋਈ ਤੰਬਾਕੂ ਦੀ ਵਰਤੋਂ ਕਰਕੇ ਮੇਰੇ ਦਰਬਾਰ ਚ ਆਵੇ ਤਾਂ ਉਹਦੇ ਬੁੱਲ ਕੱਟ ਦਿੱਤੇ ਜਾਣ। ਇਹ ਜਹਾਂਗੀਰ ਨੇ ਲਿਖਿਆ? ਜਹਾਂਗੀਰ ਨੇ ਖੁਦ। ਪਰ ਉਹਦੀ ਬਿਮਾਰੀ ਦੂਰ ਹੋ ਗਈ ਸੀ? ਹਾਂਜੀ, ਉਹਦੀ ਬਿਮਾਰੀ ਦੂਰ ਬਿਲਕੁਲ ਦੂਰ ਨਹੀਂ ਹੋਈ। ਸਗੋਂ ਜਦੋਂ ਡਾਕਟਰ ਦੇ ਕਹਿਣ ਤੇ, ਡਾਕਟਰ ਜਿਹੜੇ ਉਹਦੇ ਵਾਸਤੇ ਜਿਨ੍ਹਾਂ ਨੇ ਮੰਗਵਾਇਆ ਉਹਦੇ ਵਾਸਤੇ, ਉਹਦੇ ਕਹਿਣ ਤੇ ਜਦੋਂ ਉਹਨੇ ਵਰਤੋਂ ਕੀਤੀ ਤੇ ਇੱਕ ਦਿਨ ਉਹ ਵਰਤੋਂ ਕਰਕੇ ਆਪਣੇ ਦਰਬਾਰ ਦੇ ਵਿੱਚ ਗਿਆ। ਇਹ ਗੱਲ ਸੁਜਾਨ ਰਾਏ ਭੰਡਾਰੀ ਨੇ ਆਪਣੀ ਫਾਰਸੀ ਦੀ ਰਚਨਾ 'ਚ ਲਿਖੀ, ਜਿਹੜਾ ਮੌਕੇ ਦਾ ਗਵਾਹ। ਕਹਿੰਦਾ ਦਰਬਾਰ 'ਚ ਆਇਆ ਤੇ ਦਰਬਾਰੀਆਂ ਨੇ ਆਪਣੇ ਮੂੰਹਾਂ ਦੇ ਉੱਪਰ ਕੱਪੜੇ ਰੱਖ ਲਏ। ਤਾਂ ਉਹਨੇ ਆਪਣੀ ਬੇਗਮ ਨੂੰ ਪੁੱਛਿਆ ਕਿ ਇਹਨਾਂ ਨੇ ਦਰਬਾਰੀਆਂ ਨੇ ਮੂੰਹ ਤੇ ਕੱਪੜੇ ਕਿਉਂ ਰੱਖੇ ਨੇ? ਤਾਂ ਉਹਨੇ ਕਿਹਾ ਕਿ ਜਿਹੜੀ ਬੂਟੀ ਦਾ ਤੂੰ ਸੇਵਨ ਕਰਦਾ, ਜਿਹੜੀ ਤੈਨੂੰ ਬੂਟੀ ਤੰਬਾਕੂ ਪਿਆਈ ਜਾ ਰਹੀ ਆ, ਉਹਦੀ ਦੁਰਗੰਧ ਹੀ ਇੰਨੀ ਮਾੜੀ ਆ। ਤੇ ਉਹਨੇ ਕਿਹਾ ਕਿ ਜੇ ਮੇਰੇ ਮੂੰਹ 'ਚੋਂ ਆਉਣ ਵਾਲੀ ਦੁਰਗੰਧ ਦੇ ਨਾਲ ਦਰਬਾਰੀ ਮੂੰਹ ਤੇ ਕੱਪੜਾ ਰੱਖ ਲੈਂਦੇ ਨੇ ਤੇ ਸੱਚਮੁੱਚ ਉਹ ਕਿੰਨੀ ਗੰਦਗੀ ਵਾਲੀ ਹੋਵੇਗੀ। ਉਹਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਇਹਦੀ ਵਰਤੋਂ ਨਹੀਂ ਕਰੂੰਗਾ, ਭਾਵੇਂ ਕਿ ਉਹਦੀ ਮੌਤ ਬਾਅਦ 'ਚ ਹੋ ਗਈ, ਬਿਮਾਰੀ ਦੇ ਨਾਲ ਹੀ ਮੌਤ ਹੋਈ। ਪਰ ਉਸ ਦੇ ਨਾਲ ਉਹਨੇ ਇਹ ਵੀ ਹੁਕਮ ਕੀਤਾ ਕਿ ਮੇਰੇ ਦਰਬਾਰ ਦੇ ਵਿੱਚ ਜੇ ਕੋਈ ਤੰਬਾਕੂ ਪੀ ਕੇ ਆਵੇ ਤਾਂ ਉਹਦੇ ਬੁੱਲ ਕੱਟ ਦਿੱਤੇ ਜਾਣ। ਦੇਖੋ, ਅੱਜ ਮੁਸਲਮਾਨ ਜਗਤ ਵਿੱਚ ਤੰਬਾਕੂ ਨੂੰ ਪੀਣਾ ਜਾਇਜ਼ ਗਿਣਿਆ ਜਾਂਦਾ, ਪਰ ਸਮੇਂ ਦੇ ਬਾਦਸ਼ਾਹ ਨੇ ਦੇਖੋ ਕਿਹੜੇ ਤਰੀਕੇ ਨਾਲ ਉਹਨੂੰ ਲਿਆ ਕਿ ਜਿਹੜੀ ਚੀਜ਼ ਤੋਂ, ਜਿਹੜੀ ਬੂਟੀ ਤੋਂ ਮੈਨੂੰ ਬਦਬੂ ਆਉਂਦੀ ਹੈ ਜਾਂ ਮੇਰੇ ਸਾਥੀਆਂ ਨੂੰ ਬਦਬੂ ਆਉਂਦੀ ਹੈ ਥੋੜ੍ਹੀ ਬਹੁਤੀ, ਪਰ ਜਦੋਂ ਬੂਟੀ ਉਹਦੇ ਅੰਦਰ ਜਾਂਦੀ ਹੋਗੀ ਤੇ ਉਹਦੇ ਅੰਦਰ ਦਾ ਕੀ ਹਾਲ ਕਰਦੀ, ਉਹਦੇ ਅੰਦਰ ਦਾ ਕੀ ਹਾਲ ਕਰਦੀ ਹੋਗੀ। ਤੇ ਗੁਰੂ ਸਾਹਿਬਾਂ ਨੇ ਸਿੱਖ ਫਿਲਾਸਫੀ ਦੇ ਵਿੱਚ ਬੜਾ ਕੁਝ ਸਾਨੂੰ ਰਹਿਤਨਾਮਿਆਂ ਦੇ ਵਿੱਚ ਦਿੱਤਾ ਹੈ, ਜਿਹੜੀਆਂ ਕੁਝ ਗੱਲਾਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਗਿਆ। ਜ਼ਰੂਰੀ ਨਹੀਂ ਕਿ ਆਪੇ ਉਹ ਜੇ ਸਾਨੂੰ ਰਹਿਤਨਾਮੇ ਵਿੱਚ ਜਿੱਦਾਂ ਅੰਮ੍ਰਿਤ ਦੀ ਦਾਤ ਆ, 5 ਬਾਣੀਆਂ ਆ, ਉਹਦੇ ਵਿੱਚ ਬਾਣੀਆਂ ਜਿਹੜੀਆਂ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ, ਪਰ ਗੁਰੂ ਸਾਹਿਬ ਨੇ ਸਾਨੂੰ ਬਾਅਦ ਦੇ ਵਿੱਚ ਦਿੱਤੀਆਂ। ਗੁਰੂ ਗੋਬਿੰਦ ਸਿੰਘ ਜੀ ਦੀਆਂ ਬਹੁਤ ਸਾਰੀਆਂ ਬਾਣੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਗਈਆਂ, ਕੋਈ ਵੀ ਬਾਣੀ ਉਹਨਾਂ ਦੀ ਦਰਜ ਨਹੀਂ, ਪਰ ਉਹਨਾਂ ਨੇ ਸਾਨੂੰ ਰਹਿਤਨਾਮਿਆਂ ਦੇ ਵਿੱਚ ਦਿੱਤੀ ਹੈ। ਬਿਲਕੁਲ ਜੀ। ਪਰ ਜਿਹੜੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਢੁਕਦੀਆਂ ਆ, ਉਸ ਆਸ਼ੇ ਦੇ ਨਾਲ ਢੁਕਦੀਆਂ, ਉਸ ਰੋਸ਼ਨੀ ਦੇ ਨਾਲ, ਉਸ ਖੁਸ਼ਬੂ ਦੇ ਨਾਲ ਢੁਕਦੀਆਂ, ਉਹ ਸਾਨੂੰ ਪੂਰੀ ਤੌਰ ਤੇ ਸਵੀਕਾਰ ਕਰਨੀਆਂ ਚਾਹੀਦੀਆਂ, ਕਰਦੇ ਵੀ ਅਸੀਂ। ਬਿਲਕੁਲ ਜੀ। ਇਹ ਗੱਲ ਵੱਖਰੀ ਆ ਕਿ ਅੱਜ ਕੱਲ੍ਹ ਕੁਝ ਰੜਗੜ ਜਿਹੜੀ ਹੋਈ ਆ ਉਸ ਵਿਸ਼ੇ ਤੇ ਆਪਾਂ ਨਹੀਂ ਜਾਂਦੇ, ਪਰ ਬਹੁਤ ਸਾਰੀਆਂ ਐਸੀਆਂ ਗੱਲਾਂ ਹੈਗੀਆਂ ਜਿਹੜੀਆਂ ਸਾਖੀਆਂ ਦੇ ਰੂਪ ਵਿੱਚ ਵੀ ਸਾਨੂੰ ਮਿਲਦੀਆਂ। ਜਦੋਂ ਸਾਨੂੰ ਸਿੱਖਿਆ ਮਿਲਦੀ ਹੈ, ਸਾਨੂੰ ਉਹਨਾਂ ਨੂੰ ਸਿੱਖਿਆ ਵੀ ਲੈਣੀ ਚਾਹੀਦੀ ਹੈ। ਪਰ ਜੇ ਆਪਾਂ ਜਿਹੜੀ ਤੰਬਾਕੂ ਦੀ ਗੱਲ ਹੈ, ਇਹਨੂੰ ਥੋੜ੍ਹਾ ਜਿਹਾ ਹੋਰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਜਿਹੜਾ ਤੰਬਾਕੂ ਆ, ਜਿੱਦਾਂ ਭਾਈ ਸਾਹਿਬ ਨੇ ਕਿਹਾ, ਜਦੋਂ ਕੋਈ ਔਰਤ ਲੈਂਦੀ ਹੈ ਤਾਂ ਜਿਹੜਾ ਉਹਦੇ ਪੇਟ ਦੇ ਵਿੱਚ ਬੱਚਾ, ਉਹਨੂੰ ਉਹਦਾ ਉਹਦੀ ਪੂਰੀ ਦੀ ਪੂਰੀ ਜਿਹੜੀ ਆ ਖੁਰਾਕ ਜਿਹੜੀ ਨਸ਼ੇ ਵਾਲੀ, ਉਹ ਬੱਚੇ ਨੂੰ ਮਿਲਦੀ ਹੈ, ਜਿਹੜਾ ਬਰਦਾਸ਼ਤ ਨਹੀਂ ਕਰ ਸਕਦਾ। ਬਿਲਕੁਲ ਜੀ। ਤੇ ਉਹ ਜੰਮੂਗਾ ਤਾਂ ਨਸ਼ਾ ਹੀ ਪੈਦਾ ਹੋਊਗਾ। ਅੱਜ ਵਿਗਿਆਨਕ ਇਹ ਗੱਲ ਕਹਿੰਦੇ ਨੇ ਕਿ ਤੰਬਾਕੂ ਦੀ ਜਿਹੜੀ ਜਦੋਂ ਸਿਗਰਟ ਪੀਣ ਤੋਂ ਬਾਅਦ ਜਿਹੜਾ ਧੂੰਆਂ ਬਾਹਰ ਕੱਢਿਆ ਜਾਂਦਾ, ਇੱਕ ਤਾਂ ਅਸੀਂ ਬਾਹਰ ਉਹਨੂੰ ਲੈ ਰਹੇ ਹਾਂ, ਜਿਹੜਾ ਬਾਹਰ ਕੱਢਦੇ ਆ ਤੇ ਜਿਹੜਾ ਸਾਡੇ ਸਰੀਰ ਦੇ ਵਿੱਚ ਜਜ਼ਬ ਹੋ ਰਿਹਾ, ਉਹਦੇ ਵਿੱਚ 3000 ਤੋਂ ਉੱਪਰ ਜਿਹੜੇ ਨੇ ਨੁਕਸਾਨਦੇਹ ਰਸਾਇਣ ਨੇ, 3000 ਤੋਂ ਉੱਪਰ। ਤੇ ਜੇ 3000 ਤੋਂ ਉੱਪਰ ਰਸਾਇਣਾਂ ਦੀ ਗਿਣਤੀ ਕਰਨੀ ਹੋਵੇ, ਖਿਆਲ ਕਰੋ, ਤਾਂ ਮੈਂ ਇੱਕ ਪਿੱਛੇ ਜੇ ਇੱਕ ਡਾਕਟਰ ਨੇ, ਉਹਨਾਂ ਨੇ UNDCP ਜਿਹੜਾ ਯੂਨਾਈਟਿਡ ਨੇਸ਼ਨ ਡਰੱਗ ਕੰਟਰੋਲ ਪ੍ਰੋਗਰਾਮ ਆ, ਉਸ ਜਰਨਲ ਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਕਿਸੇ ਇੱਕ ਪਰਿਵਾਰ ਦੀ ਜਿਹੜੀ ਫਲਸ਼ ਆ, ਉਹ ਸਾਰਾ ਪਰਿਵਾਰ ਵਰਤੇ ਤੇ ਉਹਨੂੰ 6 ਮਹੀਨੇ ਸਾਫ਼ ਨਾ ਕਰੋ ਤੇ ਉਸ ਗੰਦਗੀ ਤੋਂ ਜਿੰਨੀਆਂ ਮਾੜੀਆਂ ਗੈਸਾਂ ਪੈਦਾ ਹੁੰਦੀਆਂ ਨੇ, ਉਨੀਆਂ ਸਿਗਰਟਾਂ ਹੀ ਮਨੁੱਖ ਦੇ ਅੰਦਰ ਜਾਂਦੀਆਂ। ਦੇਖੋ, ਸਾਡੇ ਜਿਹੜੇ ਸਰੋਤੇ ਆ ਇਸ ਵੇਲੇ ਸੁਣ ਰਹੇ ਆ, ਵਾਰ-ਵਾਰ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ। ਸਾਡਾ ਭਾਵੇਂ ਵਿਸ਼ਾ ਨਹੀਂ ਸੀ, ਪਰ ਗੁਰਮਤਿ ਦੀ ਗੱਲ ਕਰਦੇ ਹਾਂ, ਸਾਡੇ ਸਾਹਮਣੇ ਇਹ ਵਿਸ਼ਾ ਆਇਆ ਕਿ ਜਿਹੜਾ ਤੰਬਾਕੂ ਦਾ ਨਸ਼ਾ ਆ, ਇਹ ਆਮ ਸਾਡੇ ਨੌਜਵਾਨ ਜਿਹੜੇ ਆ, ਖਾਸ ਕਰਕੇ ਯੂਰਪ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਆਏ, ਅੱਜ ਕੱਲ੍ਹ ਇੰਡੀਆ ਦੇ ਵਿੱਚ ਵੀ ਕਰਨਾ ਪਿਆ। ਪਰ ਇਹਦੇ ਨਾਲੋਂ ਭੈੜਾ ਨਸ਼ਾ ਹੋਰ ਕੋਈ ਨਹੀਂ ਗਾ, ਜਿਹੜਾ ਸਾਡੇ ਸਰੀਰ ਦੇ ਵਿੱਚ, ਜਿੱਦਾਂ ਭਾਈ ਸਾਹਿਬ ਨੇ ਕਿਹਾ, ਵਿਗਿਆਨ ਨੇ ਸਿੱਧ ਕਰਕੇ ਦੱਸਤਾ ਵੀ 300 ਤਰ੍ਹਾਂ ਦੇ 3000 ਤਰ੍ਹਾਂ ਦੇ ਜਰਮ ਜਿਹੜੇ ਆ, ਉਹ ਸਿਰਫ ਉਸ ਧੂਏ ਦੇ ਵਿੱਚ ਹੁੰਦੇ, ਪਰ ਸਾਨੂੰ ਨਹੀਂ ਦਿਖਦੇ। ਪਰ ਉਹ 3000 ਤਰੀਕੇ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਨੁਕਸਾਨ ਨਹੀਂ ਦੇ ਰਿਹਾ। ਕੱਲਾ ਸਾਨੂੰ ਨਹੀਂ ਨੁਕਸਾਨ ਦੇ ਰਹੇ, ਜਿਹੜੇ ਸਾਡੇ ਭੈਣ ਭਰਾ ਆ, ਸੱਜਣ ਮਿੱਤਰ ਆ, ਜਿਹੜੇ ਇਹਨੂੰ ਨਹੀਂ ਵਰਤਦੇ,
ਉਹਨਾਂ ਨੂੰ ਵੀ ਨੁਕਸਾਨ ਦੇ ਰਿਹਾ, ਤੇ ਉਹਦੇ ਦੋਸ਼ੀ ਜਿਹੜੇ ਆ ਉਹ ਵੀ ਅਸੀਂ ਜਿਹੜੇ ਆ ਹਵਾ ਦੇ ਵਿੱਚ ਇਸ ਦੇ ਬਣ ਰਿਹਾ ਕੀਟਾਣੂ ਜਿਹੜੇ ਆ ਉਹ ਤੇ ਆਮ ਪਾਸ਼ੀਆਂ ਦੇ ਨੇ। ਇਹ ਬਹੁਤ ਹੀ ਵੱਡਾ ਤੇ ਭੈੜਾ ਨਸ਼ਾ ਆ। ਜਿਹੜੇ ਮੇਰੇ ਵੀਰ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਆ, ਜਿਨ੍ਹਾਂ ਨੂੰ ਪਤਾ ਕਿ ਗੁਰੂ ਸਾਹਿਬ ਦਾ ਘੋੜਾ ਜਿਹੜਾ ਉਸ ਖੇਤ ਵਿੱਚੋਂ ਦੀ ਕਹਿੰਦੇ ਨਹੀਂ ਛਿਨ ਗਿਆ, ਉਹਨੇ ਵੀ ਜਵਾਬ ਦੇ ਦਿੱਤਾ ਸੀਗਾ। ਔਰ ਇੱਕ ਮੁਸਲਮਾਨ ਜਿਹੜਾ ਆ ਉਹ ਕਹਿ ਰਿਹਾ ਕਿ ਜਿਹੜਾ ਮੇਰੇ ਦਰਬਾਰ ਦੇ ਵਿੱਚ ਸਿਗਰਟ ਪੀ ਕੇ ਆ ਉਹਦੇ ਬੁੱਲ ਕੱਟਤੇ ਜਾਣ, ਉਹ ਆਪ ਖੁਦ ਮਰ ਰਿਹਾ। ਡਾਕਟਰ ਨੇ ਦੱਸਿਆ ਪਿਆ ਆਹ ਬੂਟੀ ਤੈਨੂੰ ਆਰਾਮ ਦੇ ਸਕਦੀ ਆ, ਉਹਨੇ ਉਹ ਵੀ ਉਸ ਚੀਜ਼ ਨੂੰ ਬੰਦ ਕਰ ਦਿੱਤਾ। ਤੇ ਜੇ ਅਸੀਂ ਸਿੱਖ ਹੋ ਕੇ ਵੀ ਇਸ ਗੱਲ ਨੂੰ ਨਾ ਸਮਝੀਏ ਤੇ ਸਾਡੀ ਬਦਕਿਸਮਤੀ ਆ, ਤੇ ਅਸੀਂ ਵੀ ਕਹਿ ਦਈਏ ਜੋ ਵਾਹਿਗੁਰੂ ਦੇ ਭਾਣੇ ਵਿੱਚ ਆ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ, ਜਿਹੜੇ ਵੀ ਮੇਰੇ ਵੀਰ ਇਸ ਵੇਲੇ ਇਹ ਟੈਲੀਵਿਜ਼ਨ ਨੂੰ ਦੇਖ ਰਹੇ ਆ, ਉਹ ਇਹ ਚੀਜ਼ ਨੂੰ ਜਾਣ ਲੈਣ ਤੇ ਆਪਣੀ ਜਿਹੜੀ ਸਿਗਰਟਾਂ ਦੀ ਡੱਬੀ ਆ ਉਹ ਬਾਹਰ ਸਿੱਟ ਦੇਣ, ਅੱਗ ਲਾ ਦੇਣ ਉਹਨੂੰ, ਤੇ ਅੱਜ ਤੋਂ ਬਾਅਦ ਕਸਮ ਖਾ ਲੈਣ ਤੇ ਗੁਰੂ ਮਹਾਰਾਜ ਮੂਹਰੇ ਅਰਦਾਸ ਕਰਨ। ਸਾਡਾ ਇਹ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਤੁਹਾਡੀ ਅਰਦਾਸ ਜ਼ਰੂਰ ਸੁਣੂਗਾ। ਜਿਹੜੇ ਨਸ਼ੇ ਦੀ ਤੁਹਾਨੂੰ ਤੋੜ ਸਿਗਰਟ ਤੋਂ ਆਉਂਦੀ ਆ, ਗੁਰੂ ਮਹਾਰਾਜ ਉਹਦੇ ਪੂਰੀ ਕਰ ਸਕਦਾ, ਪਰ ਜੇ ਤੁਸੀਂ ਉਹਦੇ ਮੂਹਰੇ ਸਮਰਪਿਤ ਹੋ ਜਾਓ ਤੇ ਸਿਗਰਟਾਂ ਦੀ ਡੱਬੀ ਜਿਹੜੀ ਆ ਉਹਨੂੰ ਹਮੇਸ਼ਾ ਵਾਸਤੇ ਤੁਸੀਂ ਕਿਉਂਕਿ ਇੱਕ ਤਾਂ ਹੁੰਦਾ ਆਤਮ ਹੱਤਿਆ ਕਰਨੀ, ਤੇ ਇੱਕ ਹੁੰਦੀ ਜਗਤ ਹੱਤਿਆ। ਮਨੁੱਖ ਜਿਹੜਾ ਸਿਗਰਟ ਪੀ ਰਿਹਾ ਆਤਮ ਹੱਤਿਆ ਤਾਂ ਕਰ ਹੀ ਰਿਹਾ, ਸਹਿਜੇ ਹਰ ਸੂਟੇ ਦੇ ਨਾਲ ਮਰ ਰਿਹਾ, ਪਰ ਇਸ ਤੋਂ ਵੱਡਾ ਗੁਨਾਹ ਕਰ ਰਿਹਾ ਕਿ ਸੰਸਾਰ ਨੂੰ ਵੀ ਹੌਲੀ ਹੌਲੀ ਆਤਮ ਹੱਤਿਆ ਵਾਲੇ ਪਾਸੇ ਧੱਕ ਰਿਹਾ। ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਆਪਣੇ ਕੁਟੁੰਬ ਨੂੰ, ਕਬੀਲੇ ਨੂੰ, ਔਰ ਜਿਸ ਦਾਇਰੇ 'ਚ ਰਹਿ ਰਿਹਾ ਉਹ ਸਾਰੇ ਦਾਇਰੇ ਦਾ ਜਿਹੜਾ ਹੈ ਉਹ ਕਹਿ ਸਕਦੇ ਸਾਰਾ ਵਾਤਾਵਰਨ ਖਰਾਬ ਰਿਹਾ, ਵਿਨਾਸ਼ ਦਾ ਕਾਰਨ ਬਣ ਰਿਹਾ। ਸਾਰਾ ਵਾਤਾਵਰਨ ਖਰਾਬ ਰਿਹਾ। ਖਾਸ ਕਰਕੇ ਮੈਂ ਕਹਿੰਦਾ ਸਿੱਖ ਕੌਮ ਦੀ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜਿਸ ਗੁਰਮਤਿ ਵਿਚਾਰਧਾਰਾ ਦੇ ਵਿੱਚ ਗੁਰੂ ਦੀ ਆਮਦ ਨੂੰ ਹੀ ਇੰਨਾ ਵਡਿਆਇਆ ਹੋਵੇ ਕਿ ਸਾ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ, ਵੀ ਉਹ ਵਾਤਾਵਰਨ ਕਿਵੇਂ ਦਾ ਹੋ ਜਾਂਦਾ ਹੈ ਜਿੱਥੇ ਬਲਹਾਰੀ ਕੁਦਰਤ ਵਸਿਆ ਦੀ ਗੱਲ ਆ ਜਾਂਦੀ ਹੋਵੇ। ਉੱਥੇ ਤਾਂ ਸਿੱਖ ਮੈਂ ਕਹਿੰਦਾ ਕਿ ਬ੍ਰਾਂਡ ਅੰਬੈਸਡਰ ਬਣ ਜਾਣਾ ਚਾਹੀਦਾ ਇਸ ਚੀਜ਼ ਦਾ, ਵੀ ਜਿੱਥੇ ਸਿੱਖ ਹੋਵੇ ਉੱਥੇ ਕਿਸੇ ਨਸ਼ੇ ਦੀ ਵਰਤੋਂ ਨਾ ਹੋਵੇ, ਤੇ ਅਸੀਂ ਤਾਂ ਖੁਦ ਹੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਏ। ਤੇ ਅੱਜ ਮੈਂ ਸੁਣਿਆ ਕਿ ਪੰਜਾਬ ਦੇ ਵਿੱਚ ਵੀ ਜਿੱਦਾਂ ਇੱਥੇ ਕਈ ਥਾਵਾਂ ਤੇ ਉਹ ਹੁੱਕਾ ਪੀਣ ਵਾਲੀਆਂ ਦੁਕਾਨਾਂ ਜਿਹੀਆਂ ਬਣ ਗਈਆਂ। ਬਿਲਕੁਲ ਜੀ। ਤੇ ਮੈਂ ਸੁਣਿਆ ਸੀਗਾ ਵੀ ਚੰਡੀਗੜ੍ਹ 'ਚ ਵੀ ਉਦਾਂ ਦੀ ਕੋਈ ਦੁਕਾਨ ਜਲੰਧਰ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਬਣ ਰਹੀਆਂ ਤੇ ਜਿਹੜੇ ਮੇਰੇ ਵੀਰ ਖੋਲ ਰਹੇ ਆ ਜਾਂ ਖਲਵਾ ਰਹੇ ਆ ਜਾਂ ਚਲਾ ਰਹੇ ਆ, ਚਾਹੇ ਉਹ ਕਿਸੇ ਧਰਮ ਨਾਲ ਵੀ ਸੰਬੰਧ ਰੱਖਦੇ ਆ, ਇਨਸਾਨ ਤਾਂ ਇਨਸਾਨ ਹੀ ਹੁੰਦਾ, ਤੇ ਭੈਣ ਹੀ ਹੁੰਦੀ ਆ, ਮਾਂ ਹੁੰਦੀ ਆ, ਭਾਵੇਂ ਕਿਸੇ ਦੀ ਹੋਵੇ, ਬੱਚੇ ਹੀ ਆ। ਜੇ ਕਿਸੇ ਵੀ ਭੈਣ ਦੇ ਪੇਟ ਦੇ ਵਿੱਚ ਬੱਚਾ ਉਹ ਨਸ਼ਾ ਲੈ ਰਿਹਾ ਜਿਹਦਾ ਕਸੂਰ ਹੀ ਕੋਈ ਨਹੀਂਗਾ, ਬਿਲਕੁਲ, ਤੇ ਦੋਸ਼ੀ ਤੁਸੀਂ ਬਣ ਰਹੇ ਆ। ਤੇ ਅਸੀਂ ਸਾਂਝੇ ਤੌਰ ਤੇ ਅਪੀਲ ਕਰਦੇ ਹਾਂ, ਸਿਰਫ ਇਕੱਲੇ ਸਿੱਖਾਂ ਵਾਸਤੇ ਨਹੀਂ, ਅਸੀਂ ਸਾਂਝੇ ਤੌਰ ਤੇ ਅਪੀਲ ਕਰਦੇ ਹਾਂ ਕਿ ਸਿੱਖਾਂ ਦੇ ਗੁਰੂ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਸਾਡੇ ਸਾਰੇ ਗੁਰੂ ਸਾਹਿਬਾਂ ਨੇ ਇਹ ਸਾਰੇ ਨਸ਼ਿਆਂ ਦਾ ਖੰਡਨ ਕੀਤਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਤੇ ਇੱਕੋ ਇੱਕ ਨਸ਼ਾ ਆ ਉਹਦੇ ਨਾਮ ਦਾ, ਹਰੀ ਦੇ ਨਾਮ ਦਾ, ਉਹ ਤੋਂ ਅਸੀਂ ਦੂਰ ਭੱਜਦੇ ਹਾਂ। ਜਿਹੜਾ ਸਾਨੂੰ ਬਖਸ਼ਿਸ਼ ਕਰਕੇ ਅਸੀਂ ਲੈਣਾ ਉਹ ਤੋਂ ਅਸੀਂ ਦੂਰ ਭੱਜਦੇ ਹਾਂ। ਫਿਰ ਦੁਨਿਆਵੀ ਨਸ਼ੇ ਜਿਹੜੇ ਆ ਅਸੀਂ ਉਹਨਾਂ ਵੱਲ ਜਾਂਦੇ ਹਾਂ। ਤਾਂ ਅਸੀਂ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਜਿਹੜੇ ਨਸ਼ੇ ਆ ਇਹਨਾਂ ਨੂੰ ਦੂਰ ਕਰੋ। ਤੇ ਅਸੀਂ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ। ਹਾਂਜੀ ਮੈਂ ਬੱਚਿਆਂ ਦੀ ਕਲਾਸ ਲੈ ਰਿਹਾ ਸੀ ਗੁਰਮਤਿ ਦੀ। ਹਾਂਜੀ। ਤੇ ਕਾਫੀ ਬੱਚੇ ਸਿਆਣੇ ਆ, ਤੇ ਇੱਕ ਦਿਨ ਇਸੇ ਵਿਸ਼ੇ ਤੇ ਸਾਡੀ ਥੋੜੀ ਜਿਹੀ ਗੱਲ ਚੱਲੀ। ਹਾਂਜੀ। ਤੇ ਉਹ ਮੈਨੂੰ ਕਹਿਣ ਲੱਗੇ ਕਿ ਅੱਜ ਇੱਥੇ ਯੂਰਪ ਦੇ ਵਿੱਚ ਵੀ ਕੰਧਾਂ ਦੇ ਉੱਤੇ ਜਿਹੜੀਆਂ ਸਿਗਰਟਾਂ ਦਾ ਜਾਂ ਜਿੱਥੇ ਸਿਗਰਟਾਂ ਵਿਕਦੀਆਂ ਹਨ, ਡੱਬੀਆਂ ਵਿਕਦੀਆਂ ਹਨ, ਉੱਤੇ ਬਕਾਇਦਾ ਲਿਖ ਕੇ ਲਾਇਆ ਹੈ ਕਿ ਸਿਗਰਟ ਦਾ ਸੇਵਨ ਕਰਨ ਵਾਲਾ ਜੋ ਹੈ ਵਿਅਕਤੀ ਉਹ ਮੰਨ ਲਓ ਕਿ ਮੌਤ ਵੱਲ ਨੂੰ ਵੱਧ ਰਿਹਾ ਹੈ। ਹੁਣ ਡੱਬੀ ਦੇ ਉੱਤੇ ਵੀ ਇਹ ਲਿਖਿਆ ਹੋਇਆ ਜਾਂ ਸਿਗਰਟਾਂ ਦੇ ਉੱਤੇ ਜਿੱਥੇ ਵੇਚੀਆਂ ਜਾਂਦੀਆਂ ਵਾ ਉਹਦੇ ਬਾਹਰ ਲਿਖ ਕੇ ਲਾ ਦਿੱਤਾ ਉਹਨਾਂ ਨੇ ਕਿ ਸਿਗਰਟ ਪੀਣ ਵਾਲੇ ਜੋ ਹਨ ਉਹ ਸਮਝ ਲਓ ਕਿ ਮੌਤ ਵੱਲ ਨੂੰ ਵੱਧ ਰਹੇ ਹਨ। ਉਹ ਤਾਂ ਕੱਲੇ ਗੁਰੂ ਸਾਹਿਬਾਨ ਜੀ ਦੀ ਕਿਰਪਾ ਦੇਖੋ ਕਿੰਨੀ ਹੈ, ਸੰਸਾਰ ਦੇ ਉੱਤੇ ਹੈ, ਕੱਲੇ ਸਿੱਖਾਂ ਉੱਤੇ ਨਹੀਂ ਹੈ, ਕਿ ਅੱਜ ਤੋਂ 350 ਸਾਲ ਪਹਿਲਾਂ ਐਸੀ ਇਹ ਭਿਆਨਕ ਜਿਹੜਾ ਨਸ਼ਾ ਹੈ ਉਹਦੇ ਪ੍ਰਤੀ ਇੱਕ ਬੱਜਰ ਕਰੈਤ ਦੇ ਰੂਪ ਦੇ ਵਿੱਚ ਦੇ ਦਿੱਤਾ ਹੈ। ਦਾਸ ਤੇ ਇਹ ਗੱਲ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਇਹ ਬਖਸ਼ਿਸ਼ ਹੈ ਅਸੀਂ ਇਸ ਨੂੰ ਸੰਭਾਲ ਨਹੀਂ ਸਕੇ ਹਾਂ। ਅਸੀਂ ਦੂਜਿਆਂ ਨੂੰ ਤਾਂ ਕੀ ਦੱਸਣਾ ਸੀਗਾ। ਅੱਜ ਦੁਨੀਆ ਤਰਾਸ ਕਰਦੀ ਹੈ ਏਡਸ ਦੀ ਭਿਆਨਕ ਬਿਮਾਰੀ ਤੋਂ, ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਨੂੰ ਵੀ ਬੱਜਰ ਕਰੈਤ ਦੇ ਵਿੱਚ ਲਿਆਂਦਾ ਹੈ। ਪਰਾਇਆ ਸੰਗ ਕਰਨਾ ਬੱਜਰ ਕਰੈਤ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਕੈਸੇ ਇਹ ਸੁਚੇਤਾ ਵਾਲੇ ਸਾਨੂੰ ਬਚਨ ਮਿਲਦੇ ਹਨ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇਂ। ਛੋਟੇ ਜਿਹੇ ਸਵਾਦ ਬਦਲੇ ਕਰੋੜਾਂ ਦਿਨਾਂ ਦਾ ਦੁੱਖ ਤੇਰੀ ਝੋਲੀ ਵਿੱਚ ਪਵੇਗਾ ਅਗਰ ਤੂੰ ਪਰਾਇਆ ਸੰਗ ਕਰੇਗਾ ਤਾਂ।
ਜੇ ਅਸੀਂ ਇਹ ਗੁਰੂ ਨਾਨਕ ਦਾ ਫਲਸਫਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਲੋਕਾਂ ਤੱਕ ਤਾਂ ਕੀ ਪਹੁੰਚਾਉਣਾ ਸੀ, ਅਸੀਂ ਤਾਂ ਸਿੱਖ ਧਰਮ ਦੇ ਅੰਦਰ ਵੀ ਨਹੀਂ ਪਹੁੰਚਾ ਸਕੇ। ਅਗਰ ਸਿੱਖ ਇਸ ਚੀਜ਼ ਦੇ ਉੱਤੇ ਅਮਲ ਕਰ ਜਾਂਦਾ, ਇਹ ਜਿਹੜੀ ਦੂਜੀ ਬੱਜਰ ਕਰਾਇਤ ਸਾਨੂੰ ਕਿੰਨੇ ਸੌ ਸਾਲ ਪਹਿਲਾਂ ਗੁਰੂ ਪਾਤਸ਼ਾਹ ਨੇ ਸੁਚੇਤ ਕਰਨ ਵਾਸਤੇ ਦੱਸੀ ਹੈ, ਤੇ ਅੱਜ ਘੱਟੋ ਘੱਟ ਇਸ ਏਡਸ ਦੀ ਬਿਮਾਰੀ ਤੋਂ ਸਿੱਖ ਜਗਤ ਤਾਂ ਬਚ ਜਾਂਦਾ ਨਾ। ਦੁਨੀਆ ਆ ਕੇ ਪੁੱਛਦੀ ਕਿ ਤੁਸੀਂ ਇਸ ਬਿਮਾਰੀ ਤੋਂ ਕਿੱਦਾਂ ਬਚੇ ਹੋ, ਤੇ ਅਸੀਂ ਬੜੇ ਮਾਣ ਨਾਲ ਇਹ ਗੱਲ ਕਹਿੰਦੇ ਕਿ ਸਾਡੇ ਗੁਰੂ ਸਾਹਿਬਾਨ ਜੀ ਨੇ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਸਾਨੂੰ ਸੁਚੇਤ ਕੀਤਾ ਹੈ ਕਿ ਇਹ ਬੜੀ ਭਿਆਨਕ ਇੱਕ ਬਿਮਾਰੀ ਹੈ। ਦੇਖੋ ਭਾਈ ਸਾਹਿਬ ਨੇ ਇਹ ਚੀਜ਼ਾਂ ਸਾਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣੀਆਂ ਪੈਣਗੀਆਂ। ਬੜੀ ਵਿਚਾਰ ਦੀ ਗੱਲ ਕੀਤੀ ਹੈ ਕਿ ਸਾਨੂੰ ਗੁਰੂ ਸਾਹਿਬਾਂ ਨੇ ਜਿੱਥੇ ਤੰਬਾਕੂ ਦੀ ਬਿਮਾਰੀ ਜਾਂ ਦੂਸਰੇ ਨਸ਼ਿਆਂ ਦੀ ਬਿਮਾਰੀ ਜਿਹੜੀ ਗੱਲ ਕੀਤੀ ਹੈ, ਉੱਥੇ ਏਡਸ ਦੀ ਬਿਮਾਰੀ ਜਿਹੜੀ ਅੱਜ ਦੁਨੀਆ ਦੇ ਵਿੱਚ ਇੱਕ ਅੱਗ ਦੀ ਤਰ੍ਹਾਂ ਵੱਧਦੀ ਪਈ ਆ, ਅਤੇ ਬਹੁਤ ਸਾਰੇ ਖਾਸ ਕਰਕੇ ਗਰੀਬ ਮੁਲਕ ਜਿਹੜੇ ਆ ਉਹਦਾ ਸ਼ਿਕਾਰ ਹੋ ਰਹੇ ਆ। ਅਮੀਰ ਵੀ ਹੋ ਰਹੇ ਆ, ਪਰ ਗਰੀਬ ਜਿਹੜੇ ਆ ਜਿਨ੍ਹਾਂ ਨੂੰ ਇਸ ਚੀਜ਼ ਦੀ ਸੋਝੀ ਨਹੀਂ ਉਹ ਵੀ ਹੋ ਰਹੇ ਆ। ਪਰ ਗੁਰੂ ਸਾਹਿਬਾਂ ਨੇ ਕਿੱਡਾ ਗਿਆਨ ਦਾ ਭੰਡਾਰ ਸਾਨੂੰ ਦਿੱਤਾ ਆ। ਅਤੇ ਏਕਾ ਨਾਰੀ ਜਤੀ ਵਾਲੀ ਵੀ ਗੱਲ ਕੀਤੀ ਆ, ਅਤੇ ਨਾਲੇ ਉਹ ਕਿਹਾ ਵੀ ਉਹਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਜਿਹੜਾ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਰਹਿੰਦਾ ਆ, ਗ੍ਰਸਤੀ ਜੀਵਨ ਤੋਂ ਬਾਹਰ ਨਹੀਂ ਜਾਂਦਾ। ਪਰ ਅੱਜ ਜਿਹੜੀ ਸਾਇੰਸ ਆ, ਜੇ ਆਪਾਂ ਇਹਨੂੰ ਇਸ ਤਰੀਕੇ ਨਾਲ ਜੇ ਗੁਰੂ ਸਾਹਿਬਾਂ ਦੇ ਦੱਸੇ ਹੋਏ ਫਿਲਾਸਫੀ ਦੇ ਨਾਲ, ਹਿਸਾਬ ਦੇ ਨਾਲ ਸਾਰਾ ਸੰਸਾਰ ਚੱਲਦਾ, ਤਾਂ ਸ਼ਾਇਦ ਅੱਜ ਇਹ ਜਿਹੜੀ ਬਿਮਾਰੀ ਆ ਇਸ ਧਰਤੀ 'ਤੇ ਨਾ ਹੁੰਦੀ। ਅਤੇ ਸਾਇੰਸ ਕੀ ਕਹਿੰਦੀ ਇਹਦੇ ਬਾਰੇ? ਕੋਈ ਸਾਇੰਸ ਵੀ ਇਹੀ ਗੱਲ ਕਹਿੰਦੀ ਹੈ ਕਿ ਜਿਸ ਨੂੰ ਆਪਾਂ ਕਹਿੰਦੇ ਆ ਤਨ ਸੰਜਮ, ਕਿ ਜੇਕਰ ਮਨੁੱਖ ਆਪਣੇ ਜਿਹੜੇ ਜਿਨਸੀ ਸੰਬੰਧ ਨੇ ਉਹਨਾਂ ਦੇ ਉੱਪਰ ਸੰਜਮ ਰੱਖੇ ਤਾਂ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਤੇ ਗੁਰੂ ਪਾਤਸ਼ਾਹ ਨੇ ਤਾਂ ਬਹੁਤ ਸਮਾਂ ਪਹਿਲਾਂ ਕਹਿ ਦਿੱਤਾ ਕਿ ਦੇਖ ਪਰਾਈਆਂ ਚੰਗੀਆਂ, ਜਿਹੜਾ ਭਾਈ ਸਾਹਿਬ ਭਾਈ ਗੁਰਦਾਸ ਨੇ ਮੋਹਰ ਲਾਤੀ ਉਸ ਗੱਲ ਤੇ, ਮਾਵਾਂ ਧੀਆਂ ਕਹਿਣਾ ਜਾਣੇ। ਸੋ ਉਹ ਜਿਹੜੀ ਵਿਚਾਰਧਾਰਾ ਰਹੀ, ਜੇਕਰ ਸਮੁੱਚਾ ਜਗਤ ਅਪਣਾ ਲਵੇ ਤਾਂ ਅੱਜ ਜਿਹੜਾ ਜਗਤ ਹੈ ਸੰਸਾਰ ਦੇ ਵਿੱਚ ਪੈਦਾ ਹੋ ਰਹੀਆਂ ਇਹੋ ਜਿਹੀਆਂ ਜਿਹੜੀਆਂ ਬੁਰੀਆਂ ਅਲਾਮਤਾਂ, ਉਸ ਤੋਂ ਬਚ ਸਕਦਾ ਹੈ। ਪਰ ਗੱਲ ਤਾਂ ਫਿਰ ਜਿੱਥੋਂ ਅਸੀਂ ਸ਼ੁਰੂ ਕੀਤੀ ਸੀ ਕਿ ਚਾਹੇ ਇਹ ਵਿਗਿਆਨ ਦੀਆਂ ਖੋਜਾਂ ਨੇ, ਚਾਹੇ ਮਨੁੱਖ ਦੀ ਮਾਨਸਿਕਤਾ ਦੇ ਅੰਦਰ ਪੈਦਾ ਹੁੰਦੇ ਸਵਾਲ ਨੇ, ਜਾਂ ਫਿਰ ਮਨੁੱਖ ਦੀ ਮਾਨਸਿਕਤਾ ਦੇ ਵਿੱਚ ਅੱਜ ਦੇ ਸਮੇਂ 'ਚ ਵਾਪਰ ਰਹੇ ਵਰਤਾਰਿਆਂ ਤੋਂ ਪੈਦਾ ਹੁੰਦੀ ਚਿੰਤਾ ਹੈ, ਜਾਂ ਉਸਦੇ ਮਨੋਵਿਗਿਆਨਕ ਦੁੱਖ ਨੇ, ਇਹਨਾਂ ਸਾਰੀਆਂ ਗੱਲਾਂ ਦਾ ਜੇਕਰ ਮਨੁੱਖ ਸੋਚੇ, ਖੋਜ ਕਰੇ, ਬੰਦੇ ਖੋਜ ਦਿਲ ਹਰ ਰੋਜ਼, ਤੇ ਜੇ ਖੋਜ ਕਰੋਗੇ ਤੇ ਪਰੇਸ਼ਾਨੀ ਤੋਂ ਬਚਣ ਦੇ ਵਾਸਤੇ ਤੁਹਾਨੂੰ ਇੱਕੋ ਹੀ ਰਾਹ ਨਜ਼ਰ ਆਵੇਗਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਤਾਂ ਅਸੀਂ ਅਖੀਰ ਦੇ ਵਿੱਚ ਆਪ ਜੀ ਕੋਲੋਂ ਚਾਹਾਂਗੇ ਕਿ 1 ਮਿੰਟ ਵਾਸਤੇ ਤੁਸੀਂ ਆਪਣੇ ਵੱਲੋਂ ਇਸ ਤੂੰ ਹੀ ਤੂੰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ 1 ਮਿੰਟ ਦੇ ਵਿੱਚ, ਕਿਉਂਕਿ ਸਮਾਂ ਆਪਣਾ ਖਤਮ ਹੋ ਚਲਾ, ਕਿ ਜਿਹੜਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਉਹਦੇ ਉੱਤੇ ਕਿਹੜੇ ਤਰੀਕੇ ਨਾਲ ਸਾਨੂੰ ਤੁੱਟ ਵਿਸ਼ਵਾਸ ਕਰਨਾ ਚਾਹੀਦਾ ਕਿ ਤਾਂ ਕਿ ਅਸੀਂ ਦੁਨੀਆ ਦੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕੀਏ ਅਤੇ ਆਪਣਾ ਜਨਮ ਵੀ ਸਫਲਾ ਕਰ ਸਕੀਏ? ਮੇਰੇ ਖਿਆਲ ਦੇ ਨਾਲ ਜਿਹੜਾ ਤੁਹਾਡੇ ਪ੍ਰੋਗਰਾਮ ਦਾ ਨਾਂ ਹੈ ਤੂੰ ਹੀ ਤੂੰ, ਉਹ ਆਪਣੇ ਆਪ ਦੇ ਵਿੱਚ ਹੀ ਸਿੱਖ ਕੌਮ ਦਾ ਜਿਹੜਾ ਮਾਨਤਾ ਦਾ ਫਲਸਫਾ ਹੈ ਉਹ ਲਈ ਬੈਠਾ ਹੈ ਕਿ ਸਿੱਖ ਨੇ ਤੂੰ ਹੀ ਤੂੰ ਦੇ ਉੱਪਰ ਨਿਰਭਰ ਕਰਨਾ ਹੈ। ਤੇ ਜਿਹੜਾ ਤੂੰ ਹੀ ਤੂੰ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਮੈਂ ਕਰਤਾ ਤੂੰ ਹੁਆ, ਉਹਦੇ ਜਿਹੜੇ ਮਿਲਾਪ ਦਾ ਸਾਧਨ ਹੈ ਉਹ ਫਿਰ ਸ਼ਬਦ ਮਿਲਾਵਾ ਹੋਵੇ, ਤਾਂ ਗੱਲ ਫਿਰ ਉੱਥੇ ਆ ਕੇ ਗੱਲ ਖਤਮ ਹੋ ਜਾਂਦੀ ਹੈ ਕਿ ਤੂੰ ਹੀ ਤੂੰ ਦੀ ਧਾਰਨਾ ਸੰਸਾਰ ਪੱਧਰ ਦੇ ਉੱਪਰ ਤਾਂ ਹੀ ਸਾਰਥਕ ਤੇ ਸੱਚੇ ਰੂਪ 'ਚ ਉੱਭਰ ਸਕਦੀ ਹੈ, ਜੇਕਰ ਕਿਤੇ ਸਾਡਾ ਤੂੰ ਹੀ ਤੂੰ ਦਾ ਸੰਦੇਸ਼ ਜਿਹੜਾ ਹਰ ਮਾਨਸਿਕਤਾ ਦੇ ਹਿਰਦੇ 'ਚ ਵਸ ਜਾਵੇ ਕਿ ਮਨੁੱਖ ਆਪਣੀ ਮੈਂ ਛੱਡ ਕੇ ਤੂੰ ਹੀ ਤੂੰ ਦੇ ਉੱਪਰ ਆਪਣੀ ਮਾਨਸਿਕਤਾ ਨੂੰ ਕੇਂਦਰਿਤ ਕਰ ਸਕੇ, ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ ਨਾ ਨਿਖਾਰ ਪ੍ਰਭ ਆਪੇ ਮਿਲੇ। ਬਾਬਾ ਜੀ ਤੁਸੀਂ 1 ਮਿੰਟ ਦੇ ਵਿੱਚ ਤੂੰ ਹੀ ਤੂੰ ਦਾ ਜਿਹੜਾ ਪ੍ਰੋਗਰਾਮ ਆਪਾਂ ਅੱਜ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਰਹੇ ਹਾਂ, ਤੁਸੀਂ 1 ਮਿੰਟ ਵਿੱਚ ਆਪਣੇ ਸਰੋਤਿਆਂ ਨੂੰ ਕੀ ਦੱਸਣਾ ਚਾਹੁੰਦੇ ਕਿ ਤੂੰ ਹੀ ਤੂੰ ਦੇ ਉੱਤੇ ਕਿਹੜੇ ਤਰੀਕੇ ਨਾਲ ਤੁਸੀਂ ਵਿਸ਼ਵਾਸ ਲਿਆਓ ਤੇ ਤਾਂ ਕਿ ਦੁਨੀਆ ਦੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕੋ, ਆਪਣਾ ਜਨਮ ਵੀ ਸਫਲਾ ਕਰ ਸਕੋ? ਸਾਨੂੰ ਇਹਦੇ ਉੱਤੇ ਵਿਸ਼ਵਾਸ ਲਿਆਉਣ ਵਾਸਤੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਹੋਂਦ ਹੈ ਉਹ ਤੇ ਅਟਲ ਹੈ। ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਪਰਮੇਸ਼ਰ ਦੇ ਉੱਤੇ ਵਿਸ਼ਵਾਸ ਦ੍ਰਿੜ ਕਰਨ ਵਾਸਤੇ ਸਾਨੂੰ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਅਧਿਐਨ ਕਰਨਾ ਪਵੇਗਾ, ਔਰ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਨਾਲ, ਸ਼ਬਦ ਦੇ ਨਾਲ, ਵਿਚਾਰ ਦੇ ਨਾਲ ਸਾਨੂੰ ਜੁੜਨਾ ਪਵੇਗਾ। ਫਿਰ ਜਾ ਕੇ ਸਾਨੂੰ ਪਤਾ ਇਹ ਪੂਰੀ ਤਰ੍ਹਾਂ ਗਿਆਨ ਹੋਵੇਗਾ। ਉਹਦੇ ਵਾਸਤੇ ਸਾਨੂੰ ਇਹ ਜ਼ਰੂਰੀ ਹੈ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੋ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਸਤਿਗੁਰੂ ਜੀ ਦਾ ਇਹ ਗਿਆਨ ਰੂਪ ਦੀਪ ਸਾਡੇ ਹਿਰਦੇ ਵਿੱਚ ਜਗ ਜਾਵੇਗਾ, ਫਿਰ ਸਾਨੂੰ ਇਹਦੇ ਬਾਰੇ ਹੋਰ ਵੀ ਮਤਲਬ ਦ੍ਰਿੜਤਾ ਸਾਡੇ ਵਿੱਚ ਆਵੇਗੀ ਕਿ ਤੂੰ ਹੀ ਤੂੰ ਕਰਦਾ ਕਰਦਾ ਮਨੁੱਖ ਵੇ ਤੂੰ ਦਾ ਹੀ ਰੂਪ ਬਣ ਜਾਂਦਾ ਹੈ। ਫਿਰ ਜਦੋਂ ਉਸ ਦਾ ਰੂਪ ਬਣ ਜਾਂਦਾ ਹੈ, ਉਹਦੇ ਵਾਸਤੇ ਨਾ ਕੋਈ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਨ ਆਏ। ਅਸਲ ਵਿੱਚ ਗੁਰੂ ਦੇ ਨਾਲ ਸਾਂਝ ਪਾਉਣੀ ਅਤੇ ਗੁਰੂ ਦਾ ਪਿਆਰ ਲੈਣਾ
ਇਹ ਗੂੰਗੇ ਦੀ ਮਠਿਆਈ ਵਾਲੀ ਗੱਲ ਆ, ਕਿਉਂਕਿ ਜਿਨ੍ਹਾਂ ਦਾ ਪਿਆਰ ਉਹਦੇ ਨਾਲ ਹੋ ਗਿਆ ਉਹਨੂੰ ਸਾਰੀ ਦੁਨੀਆ ਦੇ ਨਸ਼ੇ ਆ ਜਾਂਦੇ ਆ, ਸਾਰੀ ਦੁਨੀਆ ਦੀਆਂ ਬਿਮਾਰੀਆਂ ਉਹਦੇ ਤੋਂ ਦੂਰ ਹੋ ਜਾਂਦੀਆਂ, ਸਾਰੀ ਦੁਨੀਆ ਦਾ ਆਨੰਦ ਉਹਦੀ ਝੋਲੀ ਵਿੱਚ ਪੈ ਜਾਂਦਾ, ਸਾਰੀ ਦੁਨੀਆ ਦੀਆਂ ਖੁਸ਼ੀਆਂ ਉਹਦੀ ਝੋਲੀ ਵਿੱਚ ਪੈ ਜਾਂਦੀਆਂ। ਪਰ ਪਤਾ ਉਹਨੂੰ ਲੱਗਦਾ ਜਿਹੜਾ ਉਹਦਾ ਹੋ ਜਾਵੇ। ਉਹਦਾ ਹੋਣ ਵਾਸਤੇ ਜਿਹੜਾ ਸਫ਼ਰ ਆ ਸਾਡਾ, ਇਹ ਜੀਵਨ ਸਾਨੂੰ ਮਿਲਿਆ, ਸਾਨੂੰ ਬੁੱਧੀ ਮਿਲੀ ਆ, ਅੱਖਾਂ ਮਿਲੀਆਂ, ਦਿਮਾਗ ਮਿਲਿਆ, ਜ਼ੁਬਾਨ ਮਿਲੀ ਆ, ਪੈਰ ਮਿਲੇ, ਹੱਥ ਪੈਰ ਮਿਲੇ ਆ, ਇਹ ਸਾਰੇ ਹੀ ਸਾਰੇ ਅਕਾਲ ਪੁਰਖ ਵਾਹਿਗੁਰੂ ਸਾਨੂੰ ਗਿਫਟ ਵੀ ਦਿੱਤੇ ਆ। ਅਤੇ ਇਹਨਾਂ ਦੇਣ ਦਾ ਜਿਹੜਾ ਕਾਰਨ ਆ, ਭਈ ਪ੍ਰਾਪਤ ਮਨੁੱਖ ਦਰਿਆ ਗੋਬਿੰਦ ਮਿਲ ਕੀ ਇਹ ਤੇਰੇ ਵਰੀਆ, ਇਹ ਸਾਡੀ ਵਾਰੀ ਆ। ਇਸ ਵਾਰੀ ਦੇ ਵਿੱਚ ਅਸੀਂ ਇਹ ਸਾਰੇ ਜੋ ਕਿ ਸਾਨੂੰ ਗਿਫਟ ਵਿੱਚ ਮਿਲਿਆ, ਇਹਨੂੰ ਅਸੀਂ ਸਾਂਭ ਕੇ ਰੱਖਣਾ, ਅਤੇ ਸਾਂਭ ਕੇ ਤਾਂ ਹੀ ਰੱਖ ਸਕਦੇ ਹਾਂ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਵੀ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ, ਜੋ ਵੀ ਸਾਨੂੰ ਤਰੀਕੇ ਦੱਸੇ ਗਏ, ਜੀਵਨ ਜਾਚਾਂ ਦੱਸੀਆਂ ਗਈਆਂ, ਰਹਿਤਨਾਮਿਆਂ ਵੀ ਦਿੱਤੀਆਂ ਗਈਆਂ, ਅਸੀਂ ਉਹਨਾਂ ਉੱਤੇ ਅਮਲ ਕਰਾਂਗੇ ਅਤੇ ਦੁਨੀਆ ਦੀਆਂ ਸਾਰੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ, ਅਤੇ ਅਸੀਂ ਫਿਰ ਉਸ ਹੱਦ ਤੱਕ ਪਹੁੰਚ ਸਕਦੇ ਹਾਂ। ਅਸੀਂ ਰਲ ਕੇ ਸਿਮਰਨ ਕਰਦੇ ਹਾਂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।